सानू पता ही नहीं साढ़े 328 ਸਰੂਪ कित्थे चले गए। एक ना अद्धा 328 ਸਰੂਪ कित्थे गए गुरु ग्रंथ साहब तो सानू पता ही नहीं है, क्योंकि असी हौली हौली ਪਹਿਲਾਂ ਗੁਰੂ ਦੀ ਬਾਣੀ ਤੋਂ, ਗੁਰੂ ਦੇ ਅੱਖਰਾਂ ਤੋਂ ਉਹਨਾਂ ਨੇ ਤੋੜਿਆ, ਫਿਰ ਗੁਰੂ ਦੀ ਭਾਸ਼ਾ ਤੋਂ ਤੋੜਿਆ, ਹੁਣ ਆਪਾਂ ਨੂੰ ਹੌਲੀ ਹੌਲੀ ਗੁਰੂ ਦੀ ਬਾਣੀ ਤੋਂ ਤੋੜਿਆ। ਹੌਲੀ ਹੌਲੀ ਉਹਨਾਂ ਨੇ ਇੰਨੀ ਕੁ ਵਾਰ ਇਹ ਦੁਹਰਾ ਦਿੱਤਾ ਕਿ ਸਿੱਖਾਂ ਨੂੰ ਹੀ ਲੱਗਣ ਲੱਗ ਗਿਆ ਤੇ ਰੋਜ਼ ਦਾ ਹੀ ਕੰਮ। ਉਹਨਾਂ ਨੇ ਸਾਡਾ ਮਿਆਰ ਇੰਨਾ ਸੁੱਟ ਦਿੱਤਾ ਕਿ ਇਹ ਕੋਈ ਗੱਲ ਹੀ ਨਹੀਂ ਹੈ ਕਿ ਸਾਡੇ ਕੋਲੇ ਕੋਈ ਪ੍ਰਾਇਮਰੀ ਯੂਨੀਵਰਸਿਟੀ ਲੈਵਲ ਦੀ ਐਜੂਕੇਸ਼ਨ ਨਹੀਂ ਹੈਗੀ ਲਿਪੀ ਸਿਖਾਉਣ ਦੇ ਲਈ। ਅਸੀਂ ਆਪਣੇ ਬੱਚਿਆਂ ਨੂੰ ਫੁੱਫੜ, ਭੂਆ, ਮਾਮੇ, ਚਾਚੇ ਉਹ ਰਿਸ਼ਤੇ ਵੀ ਛੱਡ ਦਿੱਤੇ ਆ ਆਪਾਂ, ਤੇ ਹੁਣ ਉਹਨਾਂ ਨੂੰ ਅੰਕਲ ਆਂਟੀ ਤੇ ਲੈ ਆਂਦਾ। ਸੋ ਜਿਹੜੀ ਕੌਮ ਆਪਣੇ ਮੂਲ ਅੱਖਰਾਂ ਤੋਂ ਹੀ ਮੂੰਹ ਮੋੜ ਕੇ ਬੈਠ ਗਈ ਆ, ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਆਪਣੀ ਵਿਆਕਰਣ ਨੂੰ ਕਿੱਦਾਂ ਸੰਭਾਲੂਗੀ, ਕਿਉਂਕਿ ਵਿਆਕਰਣ ਤਾਂ ਇੱਕ ਐਡਵਾਂਸਡ ਲਰਨਿੰਗ ਹੁੰਦੀ ਆ। ਇਸੇ ਤਰੀਕੇ ਨਾਲ ਜਿਹੜੀ ਸੰਸਕ੍ਰਿਤ ਆ ਨਾ, ਉਹ ਦੂਰ ਹੁੰਦੀ ਇੱਕ ਐਸਾ ਲੈਵਲ ਆਇਆ ਕਿ ਉਹ ਦੂਰ ਹੋ ਗਈ, ਉਹ ਕੁਛ ਕੁ ਲੋਕਾਂ ਦੀ ਭਾਸ਼ਾ ਬਣ ਕੇ ਰਹਿ ਗਈ ਤੇ ਉਹੀ ਲੋਕ ਫਿਰ ਪੰਡਤ ਬਣ ਗਏ ਤੇ ਉਹਨਾਂ ਲੋਕਾਂ ਨੇ ਫਿਰ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ, ਜੋ ਕਿ ਸਾਡੇ ਨਾਲ ਹੋਣਾ ਸ਼ੁਰੂ ਹੋ ਗਿਆ। ਕਿਰਦਾਰੇ ਖਾਲਸਾ ਦੇ ਪਲੇਟਫਾਰਮ ਦੇ ਮਾਧਿਅਮ ਤੋਂ ਸਾਰੇ ਗੁਰਦੁਆਰੇ ਸਾਹਿਬ ਦੇ ਜਿੰਨੇ ਵੀ ਪ੍ਰਧਾਨ ਨੇ ਜਾਂ ਪ੍ਰਬੰਧਕ ਕਮੇਟੀਆਂ ਨੇ, ਔਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਜਿੰਨੇ ਵੀ ਜਿਹੜੇ ਵੀ ਇਸ ਪਾਸੇ ਧਿਆਨ ਰੱਖਦੇ ਨੇ ਜਾਂ ਸੂਝਵਾਨ ਨੇ, ਉਹਨਾਂ ਸਾਰਿਆਂ ਨੂੰ ਮੈਂ ਰਿਕੁਐਸਟ ਕਰਦੀ ਹਾਂ ਕਿ ਆਪਾਂ ਇੱਧਰ ਧਿਆਨ ਦਈਏ। ਸਾਨੂੰ ਲਿਪੀ ਦੇ ਉੱਤੇ ਇੱਕ ਪ੍ਰੋਪਰ ਐਜੂਕੇਸ਼ਨ ਹੋਣੀ ਸਾਡੇ ਲਈ ਬਹੁਤ ਜ਼ਰੂਰੀ ਆ। ਉਸ ਤੋਂ ਬਿਨਾਂ ਸਾਡੇ ਪੱਲੇ ਰਹਿਣਾ ਕੱਖ ਨਹੀਂ। ਕਿ ਅਰਨਸਟ ਟਰੰਪ ਵਰਗੇ ਬੰਦੇ ਉੱਠ ਕੇ ਜਿਹੜੇ ਕਹਿੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਕਰਾਂਗੇ ਤੇ ਸਿਰਫ ਇੱਕ ਪੰਜਾਬੀ ਸਿੱਖਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਟਰਾਂਸਲੇਟ ਕਰ ਲਾਂਗੇ, ਇਹ ਪੋਸੀਬਲ ਨਹੀਂ ਹੋ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਨੇ, ਲਿਪੀ ਗੁਰਮੁਖੀ ਹੈ। ਆਪਾਂ ਗੁਰੂ ਤੋਂ ਬੇਮੁਖ ਹੋ ਕੇ ਸਿਰਫ ਰੁਲਣਾ ਆ, ਇਹ ਗੱਲ ਆਪਾਂ ਸਮਝ ਲਈਏ, ਅੱਜ ਸਮਝ ਲਈਏ, ਕੱਲ੍ਹ ਸਮਝ ਲਈਏ, ਰੁਲ ਕੇ ਵਾਪਸ ਆਈਏ, ਖੁਆਰ ਹੋ ਕੇ ਵਾਪਸ ਆਈਏ, ਆਉਣਾ ਪੈਣਾ, ਤੇ ਕਿਉਂ ਨਾ ਆਪਾਂ ਹੁਣੇ ਹੀ ਘਰ ਸਾਂਭਣਾ ਸ਼ੁਰੂ ਕਰ ਦਈਏ। ਸੋ ਹੱਥ ਬੰਨ੍ਹ ਕੇ ਬੇਨਤੀ ਆ, ਜਿਨ੍ਹਾਂ ਕੋਲ ਪਾਵਰ ਆ, ਜਿਨ੍ਹਾਂ ਕੋਲ ਰੁਤਬੇ ਨੇ, ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਸਾਂਭਦੇ ਨੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਾਕਈ ਹੀ ਲਿਪੀ ਲੈਵਲ ਦੇ ਉੱਤੇ ਜਿਹੜੀ ਐਜੂਕੇਸ਼ਨ ਹੈ ਨਾ, ਉਹ ਦੇਣੀ ਸ਼ੁਰੂ ਕਰੋ। ਊੜਾ, ਊਠ, ਐੜਾ, ਅੰਬ ਤੇ ਈੜੀ ਇੰਜਣ ਹੀ ਨਾ ਪੜ੍ਹਾਈ ਜਾਈਏ, ਉਹਦੇ ਮਾਇਨੇ ਕੀ ਨੇ, ਗੁਰੂ ਨਾਨਕ ਨੇ ਸਾਨੂੰ ਮਾਇਨੇ ਦਿੱਤੇ ਨੇ, ਤਾਂ ਉਹ ਪੜ੍ਹਾਉਣੇ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ ਸਵਾਗਤ ਕਰਦੀ ਹਾਂ ਜੀ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਕੁਝ ਕੁਐਸਚਨ ਆਨਸਰਸ ਦੀ ਜਿਹੜਾ ਸਿਲਸਿਲਾ ਚਲਾਇਆ ਸੀਗਾ, ਜਿਹਦੇ ਵਿੱਚ ਕੁਝ ਆਪ ਜੀ ਦੀਆਂ ਈਮੇਲਸ ਦਾ ਮੈਂ ਡਿਸਕਸ਼ਨ ਕੀਤਾ ਸੀ। ਕੁਝ ਮੈਂ ਈਮੇਲਸ ਬਾਰੇ ਡਿਸਕਸ ਕਰਕੇ ਤੇ ਫਿਰ ਉਹਨਾਂ ਦੇ ਕੁਝ ਸਵਾਲ ਵੀ ਜਿਹੜੇ ਸੀਗੇ, ਉਹ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਆਪਣੀ ਮੱਤ, ਆਪਣੀ ਬੁੱਧ ਦੇ ਅਕੋਰਡਿੰਗ ਜਿੰਨੀ ਕੁ ਗੁਰੂ ਪਾਤਸ਼ਾਹ ਮੈਨੂੰ ਹੁਕਮ ਕਰਨ, ਮੈਂ ਉਸ ਹਿਸਾਬ ਨਾਲ ਤੁਹਾਡੇ ਨਾਲ ਡਿਸਕਸ ਕਰ ਸਕਾਂ। ਜਿਹੜੀ ਚੀਜ਼ ਮੇਰੇ ਪੱਲੇ ਨਹੀਂ ਸੀ ਪਈ ਜਾਂ ਜਿਹਦੇ ਵਿੱਚ ਮੈਨੂੰ ਥੋੜ੍ਹਾ ਕਨਫਿਊਜ਼ਨ ਲੱਗੀ ਸੀਗੀ, ਉਹ ਮੈਂ ਸੰਗਤ ਦੇ ਰੂਬਰੂ ਰੱਖੀ। ਮੈਨੂੰ ਖੁਸ਼ੀ ਹੈ ਕਿ ਉਸ ਮੇਰੇ ਜਿਹੜਾ ਮੈਂ ਇੱਕ ਸਵਾਲ ਸੰਗਤ ਦੇ ਰੂਬਰੂ ਰੱਖਿਆ ਸੀਗਾ, ਉਹਦਾ ਬਹੁਤ ਭਰਵਾਂ ਹੁੰਗਾਰਾ ਜਿਹੜਾ ਉਸ ਮੈਨੂੰ ਮਿਲਿਆ। ਬਹੁਤ ਸਾਰੀਆਂ ਈਮੇਲਸ ਆਪ ਜੀ ਦੀਆਂ ਆਈਆਂ, ਜਿਹਦੇ ਵਿੱਚ ਮੇਰੇ ਨਾਲ, ਅਗਰ ਤੁਹਾਨੂੰ ਵੀ ਉਹ ਕਨਫਿਊਜ਼ਨ ਹੈ ਤਾਂ ਤੁਸੀਂ ਇਹ ਸਾਂਝਾ ਕੀਤਾ ਕਿ ਅਸੀਂ ਵੀ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ਡ ਹਾਂ। ਜੇਕਰ ਤੁਸੀਂ ਆਪਣੇ ਤਰੀਕੇ ਨਾਲ ਉਹਨੂੰ ਸਮਝਦੇ ਹੋ, ਤੁਸੀਂ ਉਹ ਆਪਣਾ ਤਰੀਕਾ ਵੀ ਸਮਝਾਇਆ। ਸੋ ਇੱਕ ਅੱਛਾ, ਮੈਨੂੰ ਲੱਗਾ ਕਿ ਇੱਕ ਅੱਛਾ ਡਾਇਲੋਗਿਕ ਜਿਹੜਾ ਪਲੈਟਫਾਰਮ ਆ ਉਹ ਚੱਲਿਆ। ਆਪਣੀਆਂ ਈਮੇਲਸ ਜਿਹੜੀਆਂ ਉਹ ਮੈਨੂੰ ਜ਼ਰੂਰ ਲਿਖਦੇ ਰਿਹਾ ਕਰੋ। ਇਸੇ ਲਈ ਮੈਂ ਆਪ ਜੀ ਕੋਲ ਹਮੇਸ਼ਾ ਇਹ ਬੇਨਤੀ ਕਰਦੀ ਹੁੰਦੀ ਹਾਂ ਕਿ ਤੁਹਾਡੀਆਂ ਈਮੇਲਸ ਮੇਰੇ ਲਈ ਬਹੁਤ ਇੰਪੋਰਟੈਂਟ ਨੇ, ਕਿਉਂਕਿ ਤੁਹਾਡੀਆਂ ਈਮੇਲਸ ਤੋਂ ਹੀ ਮੈਨੂੰ ਪਤਾ ਲੱਗਦਾ ਕਿ ਆਪਾਂ ਕਿੱਥੇ ਕੁ ਜੇ ਖੜ੍ਹੇ ਹਾਂ, ਆਪਾਂ ਅੱਗੇ ਕੀ ਕਰਨਾ, ਸਾਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਹੜੀ ਡਿਸਕਸ਼ਨ ਦੀ ਜ਼ਿਆਦਾ ਲੋੜ ਆ। ਨਹੀਂ ਤਾਂ ਹੁੰਦਾ ਕੀ ਹੈ ਕਿ ਜਦੋਂ ਆਪਾਂ ਇੱਕ ਮੋਨੋਲੋਗ ਕਰਕੇ ਚਲੇ ਜਾਂਦੇ ਹਾਂ ਨਾ, ਤਾਂ ਫਿਰ ਪਤਾ ਨਹੀਂ ਲੱਗਦਾ ਕਿ ਉਹ ਮੋਨੋਲੋਗ ਅੱਗੇ ਕਿਤੇ ਪਹੁੰਚਿਆ ਕਿ ਨਹੀਂ ਪਹੁੰਚਿਆ। ਸੋ ਮੈਨੂੰ ਖੁਸ਼ੀ ਹੋਈ ਆ ਕਿ ਜਿਹੜਾ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀਗੀ ਹਰਦੇਵ ਸਿੰਘ ਸੋਹਲ ਹੋਣਾ ਦੀ ਇੱਕ ਈਮੇਲ ਦੀ, ਜਿਹਦੇ ਵਿੱਚ ਉਹਨਾਂ ਨੇ ਇਹ ਮੈਨੂੰ ਲਿਖ ਕੇ ਭੇਜਿਆ ਸੀਗਾ ਕਿ ਜਿਹੜੀਆਂ ਪੈਰ 'ਚ ਬਿੰਦੀ ਪਾ ਕੇ ਸਾਨੂੰ ਦਿੱਤੀਆਂ ਗਈਆਂ, ਸੱਸੇ ਦੇ ਪੈਰ 'ਚ ਬਿੰਦੀ, ਲੱਲੇ ਦੇ ਪੈਰ 'ਚ ਬਿੰਦੀ, ਅਤੇ ਉਹ ਗੁਰਬਾਣੀ ਦੇ ਕਿੱਦਾਂ ਅਨੁਕੂਲ ਨਹੀਂ ਹੈਗੀਆਂ, ਇਹਦੇ ਬਾਰੇ ਆਪਾਂ ਗੱਲ ਕੀਤੀ ਸੀਗੀ। ਮੈਂ ਜਿੰਨੀ ਕੁ ਸਮਝ ਰੱਖਦੀ ਸੀਗੀ, ਮੈਂ ਉਸ ਹਿਸਾਬ ਨਾਲ ਇਹ ਗੱਲ ਤਾਂ ਉਹਨਾਂ ਨਾਲ 100% ਮੈਂ ਮੰਨਦੀ ਹਾਂ ਕਿ ਗੁਰਬਾਣੀ ਜਿਸ ਤਰੀਕੇ ਨਾਲ ਲਿਖੀ ਗਈ ਹੈ ਉਸੇ ਤਰੀਕੇ ਨਾਲ ਹੀ ਪੜ੍ਹੀ ਜਾਣੀ ਚਾਹੀਦੀ ਹੈ, ਕਿਉਂਕਿ ਉਹ ਗੁਰੂ ਦੀ ਬਾਣੀ ਆ, ਦੈਟਸ ਇਟ।
ਬਸ ਇਸ ਤੋਂ ਅੱਗੇ ਆਪਾਂ ਨੂੰ ਹੋਰ ਕੋਈ ਡਿਸਕਸ਼ਨ ਹੀ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਗੁਰੂ ਦੇ ਕੋਲ ਬੈਠਾਂਗੇ ਤਾਂ ਗੁਰੂ ਆਪਣੀ ਬਾਣੀ ਆਪਣੀ ਭਾਸ਼ਾ ਵਿੱਚ ਬੋਲਣਗੇ। ਉਹ ਡਿਸਾਈਡ ਕਰਨਗੇ ਕਿ ਉਹਨਾਂ ਨੇ ਕਿਸ ਚੀਜ਼ ਨੂੰ ਨੇਜ਼ਲ ਸਾਊਂਡ ਦੇਣੀ ਆ, ਕਿਸ ਚੀਜ਼ ਨੂੰ ਨੇਜ਼ਲ ਸਾਊਂਡ ਨਹੀਂ ਦੇਣੀ। ਪਰ ਆਪਾਂ ਕੋਈ ਨਹੀਂ ਹੁੰਦੇ ਕਿ ਆਪਾਂ ਇਹ ਕਹੀਏ ਕਿ ਨਾ ਪਾਤਸ਼ਾਹ ਜੇ ਤੁਸੀਂ ਇਹ ਕਹਿ ਰਹੇ ਆ ਤਾਂ ਇੰਝ, ਇਹ ਤਾਂ ਤੁਸੀਂ ਗਲਤ ਕਹਿ ਤਾ, ਇਹਨੂੰ ਆਪਾਂ ਇੱਦਾਂ ਕਹਾਂਗੇ। ਇਹ ਸਾਡੀ ਮਨ ਮਾਤ ਆ ਫਿਰ। ਸੋ ਇਸ ਗੱਲ ਨਾਲ ਮੈਂ ਉਹਨਾਂ ਦੇ 100% ਸਹਿਮਤ ਹਾਂ। ਪਰ ਮੈਨੂੰ ਕਿਉਂਕਿ ਮੈਂ ਭਾਸ਼ਾ ਵਿਗਿਆਨੀ ਨਹੀਂ, ਮੈਂ ਪਿਛਲੀ ਵਾਰੀ ਵੀ ਇਹ ਕਿਹਾ ਸੀ, ਸੋ ਮੈਨੂੰ ਨਹੀਂ ਪਤਾ ਕਿ ਕਈ ਅੱਖਰ ਜਿਹੜੇ ਆ ਉਹਨਾਂ ਦੇ ਸਪੈਲਿੰਗ ਅਲੱਗ-ਅਲੱਗ ਜਗ੍ਹਾ ਦੇ ਉੱਤੇ ਚੇਂਜ ਹੁੰਦੇ ਆ। ਪਿਛਲੀ ਵਾਰੀ ਜਦੋਂ ਆਪਾਂ ਸੱਧ ਦੀ ਬਾਣੀ ਬਾਰੇ ਗੱਲ ਕਰ ਰਹੇ ਸੀਗੇ ਅਤੇ ਉੱਥੇ ਇਹ ਗੱਲ ਆਉਂਦੀ ਆ ਕਿ ਜਿਹੜਾ ਪੰਡਿਤ ਹੈ ਜਦੋਂ ਉਹਦਾ ਇੱਕ ਸਪੈਲਿੰਗ ਜਿਹੜੇ ਉਹਨੂੰ ਸਿੰਗੂਲਰ ਰੱਖਦੇ ਆ, ਇੱਕ ਜਿਹੜਾ ਉਹਨੂੰ ਬਹੁਵਚਨ ਕਰ ਦਿੰਦਾ। ਸੋ ਉਹ ਇਹ ਬਰੀਕੀਆਂ ਨੇ, ਇਹ ਗ੍ਰਾਮਰ ਆ ਜਿਹੜੀ ਸਾਨੂੰ ਨਹੀਂ ਆਉਂਦੀ। ਸੋ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਜੋ ਵਿਆਕਰਣ ਵਰਤੀ ਗਈ ਹੈ, ਮੈਨੂੰ ਲੱਗਦਾ ਕਿ ਸਾਨੂੰ ਉਹ ਵਿਆਕਰਣ ਐਜ਼ ਇਟ ਇਜ਼ ਪੜ੍ਹਨੀ ਪਊਗੀ। ਭਾਈ ਰਣਧੀਰ ਸਿੰਘ ਹੋਣਾ ਦੀ ਵੀ ਇੱਕ ਕਿਤਾਬ ਹੈਗੀ ਆ ਗੁਰਬਾਣੀ ਦੀਆਂ ਲਗਾ ਮਾਤਰਾ ਦੇ ਉੱਤੇ। ਸੋ ਉਹ ਵੀ ਬੜੀ ਇੱਕ ਇੰਟਰਸਟਿੰਗ ਕਿਤਾਬ ਆ। ਕੁਛ ਕੁ ਹੋਰ ਕਿਤਾਬਾਂ ਨੇ, ਉਹਨਾਂ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ। ਮੈਂ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ ਨੇ, ਪਰ ਹਜੇ 2 ਕਿਤਾਬਾਂ ਮੇਰੇ ਕੋਲ ਆਉਣੀਆਂ। ਸੋ ਜਦੋਂ ਮੈਂ ਪੜ੍ਹ ਲਊਂਗੀ ਫਿਰ ਮੈਂ ਸ਼ਾਇਦ ਇੱਕ ਬੈਟਰ ਪੋਜੀਸ਼ਨ 'ਤੇ ਹੋਊਂਗੀ ਇਹਦੇ ਉੱਤੇ ਟਿੱਪਣੀ ਕਰਨ ਦੇ। ਖੈਰ, ਆਪਾਂ ਜਿਹੜੀਆਂ ਤੁਹਾਡੀਆਂ ਈਮੇਲਸ ਆਈਆਂ, ਕਿਉਂਕਿ ਅੱਜ ਦਾ ਐਪੀਸੋਡ ਵੀ ਕੁਐਸਚਨ ਆਨਸਰ ਪਿਛਲੇ ਐਪੀਸੋਡ ਦੇ ਵਿੱਚ ਕੁਛ ਕੁ ਗੱਲਾਂ ਦੇ ਜਵਾਬ ਰਹਿ ਗਏ ਸੀਗੇ ਜੋ ਮੈਂ ਵਾਅਦਾ ਕੀਤਾ ਸੀਗਾ ਕਿ ਅਗਲੇ ਐਪੀਸੋਡ ਦੇ ਵਿੱਚ ਮੈਂ ਜ਼ਰੂਰ ਆਪ ਜੀ ਨਾਲ ਸਾਂਝੇ ਕਰੂੰਗੀ। ਸੋ ਇਸ ਐਪੀਸੋਡ ਦੇ ਵਿੱਚ ਉਹੀ ਆਪਾਂ ਗੱਲ ਅੱਗੇ ਤੋਰਨੀ ਆ। ਪਰ ਸਵਾਲ ਜਵਾਬ 'ਤੇ ਆਉਣ ਤੋਂ ਪਹਿਲਾਂ ਜਿਹੜੀਆਂ ਮੈਨੂੰ ਈਮੇਲਸ ਆਈਆਂ ਨੇ ਉਹਦੇ 'ਚ ਕਈ ਬੜੇ ਇੰਟਰਸਟਿੰਗ ਪੁਆਇੰਟਸ ਜਿਹੜੇ ਆ ਉਹ ਚੁੱਕੇ ਗਏ ਨੇ। ਉਹਨਾਂ ਇੰਟਰਸਟਿੰਗ ਪੁਆਇੰਟਸ ਨੂੰ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਸੰਗਤ ਨੂੰ ਨਾਲ ਸਾਂਝਾ ਕਰਦੀ ਹਾਂ। ਸਭ ਤੋਂ ਪਹਿਲਾਂ ਜਿਹੜਾ ਈਮੇਲ ਆਇਆ ਉਹ ਕੁਲਦੀਪ ਕੌਰ ਜੇਮਸ, ਉਹ ਸਾਨੂੰ ਲਿਖਦੇ ਨੇ ਕਿ ਸਾਨੂੰ ਸਿਖਾਇਆ ਗਿਆ ਹੈ ਕਿ ਉਸ ਵੇਲੇ ਪੈਰ ਵਿੱਚ ਬਿੰਦੀਆਂ ਲਗਾਉਣ ਵਾਲੀਆਂ ਬਿੰਦੀਆਂ ਹੈ ਨਹੀਂ ਸੀ। ਪੈਰ ਬਿੰਦੀ, ਸੱਸੇ ਦੇ ਪੈਰ ਬਿੰਦੀ, ਖੱਕੇ ਦੇ ਪੈਰ ਬਿੰਦੀ, ਗੱਗੇ ਦੇ ਪੈਰ ਬਿੰਦੀ, ਲੱਲੇ ਦੇ ਪੈਰ ਬਿੰਦੀ ਬਾਅਦ ਵਿੱਚ ਲਿਆਂਦੀਆਂ ਗਈਆਂ। ਆਪਾਂ ਖੁਸ਼ੀਆਂ ਨਹੀਂ ਖੁਸ਼ੀਆਂ ਕਹਿੰਦੇ ਹਾਂ। ਬਿਲਕੁਲ ਇਹ ਗੱਲ ਤਾਂ ਬਿਲਕੁਲ ਮੈਂ ਸਹਿਮਤ ਹਾਂ ਜੀ। ਸਾਨੂੰ ਸਿਖਾਇਆ ਗਿਆ ਔਰ ਬਾਕਾਇਦਾ ਇਹ ਬਾਅਦ 'ਚ ਆਈਆਂ। ਪਰ ਇਹੀ ਡਿਸਕਸ਼ਨ ਹੈ ਕਿ ਇਹ ਆਈਆਂ ਕਿਉਂ ਆ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਜਿਹੜੀ ਛੱਛੇ ਦੀ ਆਵਾਜ਼ ਆਉਂਦੀ ਆ, ਉਹ ਛੱਛੇ ਦੇ ਵਿੱਚ ਜਿਹੜਾ ਇੱਕ ਅੱਖਰ ਆ ਉਹਦੇ ਨਾਲ ਕਿਉਂ ਨਹੀਂ ਆਉਂਦੀ? ਕੀ ਲੋੜ ਪੈ ਗਈ ਸੀ? ਸੋ ਇਹੀ ਸਵਾਲ ਆ ਸਾਡਾ। ਬੇਸ਼ੱਕ ਇਹ ਗੱਲ ਸੱਚ ਹੈ ਕਿ ਇਸੇ ਤਰੀਕੇ ਨਾਲ ਹੀ ਸਿਖਾਇਆ ਗਿਆ, ਪਰ ਉਹਦੇ ਨਾਲ ਹਾਸਲ ਕੀ ਹੋਇਆ? ਅਤੇ ਇਹਦੇ ਉੱਤੇ ਹੀ ਆਪਣੀ ਡਿਸਕਸ਼ਨ ਹੈ। ਅਗਲੀ ਜਿਹੜੀ ਬੜੀ ਇੰਪੋਰਟੈਂਟ ਈਮੇਲ ਆ ਉਹ ਸੁਖਦੇਵ ਸਿੰਘ ਹੋਣਾ ਦੀ ਆਈ ਹੈ। ਉਹਨਾਂ ਨੇ ਕੁਛ ਹੋਰ ਲਿਖ ਕੇ ਪ੍ਰੋਗਰਾਮ ਦੇ ਬਾਰੇ, ਉਸ ਤੋਂ ਬਾਅਦ ਉਹਨਾਂ ਲਿਖਿਆ ਮਾਈ ਫੀਲਿੰਗ ਰਿਗਾਰਡਿੰਗ ਪ੍ਰੋਨੰਸੀਏਸ਼ਨ। We need to be respectful and appreciate the fact that Guru Granth Sahib has Bani that was spoken in different regions. Some regions use nasalite sounds, some do not, and we have to respect that. Similarly, the softer sounds of sa or la are used differently in Bhagat Bani. Now ਇਹ ਬੜਾ ਇੰਪੋਰਟੈਂਟ, ਔਰ ਮੈਂ ਇਸ ਗੱਲ ਦੇ ਨਾਲ ਮੈਨੂੰ ਇਹ ਗੱਲ ਵੀ ਮੇਰੇ ਖਾਨੇ ਪੈਂਦੀ ਆ ਕਿ ਕਿਉਂਕਿ ਜਿਹੜੀ ਬਾਣੀ ਹੈ, ਭਗਤਾਂ ਦੀ ਬਾਣੀ ਵੀ ਲੈ ਲਓ, ਭੱਟਾਂ ਦੀ ਬਾਣੀ, ਅਲੱਗ-ਅਲੱਗ ਰੀਜਨਸ ਦੇ ਵਿੱਚੋਂ, ਕਿਉਂਕਿ ਬਾਣੀ ਗੁਰੂ ਸਾਹਿਬ ਨੇ ਜਦੋਂ ਕੰਪਾਈਲ ਕੀਤੀ ਆ, ਜਦੋਂ ਆਦਿ ਗ੍ਰੰਥ ਦੀ ਬੀੜ ਤਿਆਰ ਹੋਈ ਆ, ਤਾਂ ਉਹ ਬਾਣੀ ਨੂੰ ਸੰਗਠਿਤ ਕੀਤਾ ਗਿਆ, ਇੱਕ ਜਗ੍ਹਾ ਦੇ ਉੱਤੇ ਰੱਖਿਆ ਗਿਆ। ਸੋ ਉਹ ਜਿਹੜੀ ਬਾਣੀ ਆ ਉਹ ਕਿਉਂਕਿ ਅਲੱਗ-ਅਲੱਗ ਰੀਜਨਸ ਦੇ ਵਿੱਚੋਂ ਅੱਖਰ ਆਏ ਨੇ। ਇਹੀ ਕਾਰਨ ਹੈ ਨਾ, ਕਿਉਂਕਿ ਜਦੋਂ ਮੈਂ ਇਹ ਬੇਨਤੀ ਕਰਦੀ ਹੁੰਦੀ ਹਾਂ ਕਿ ਅਰਨਸਟ ਟਰੰਪ ਵਰਗੇ ਬੰਦੇ ਉੱਠ ਕੇ ਜਿਹੜੇ ਕਹਿੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਕਰਾਂਗੇ ਅਤੇ ਸਿਰਫ ਇੱਕ ਪੰਜਾਬੀ ਸਿੱਖਦੇ ਨੇ ਅਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਟਰਾਂਸਲੇਟ ਕਰ ਲਾਂਗੇ, ਇਹ ਪੋਸੀਬਲ ਨਹੀਂ ਹੋ ਸਕਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਨੇ, ਲਿਪੀ ਗੁਰਮੁਖੀ ਹੈ। ਸੋ ਲਿਪੀ ਗੁਰਮੁਖੀ ਹੈ, ਪਰ ਜਿਹੜੀਆਂ ਭਾਸ਼ਾਵਾਂ ਨੇ ਉਹ ਅਲੱਗ-ਅਲੱਗ, ਉਹਨਾਂ ਦੇ ਆਪਣੇ ਅੱਖਰ ਨੇ, ਅਤੇ ਗੁਰੂ ਸਾਹਿਬ ਨੇ ਸਾਰੇ ਅੱਖਰ ਐਜ਼ ਇਟ ਇਜ਼ ਇੰਟੈਕਟ ਰੱਖੇ ਆ। ਸੋ ਸੁਖਦੇਵ ਸਿੰਘ ਉਹਨਾਂ ਦੀ ਇਹ ਗੱਲ ਜਿਹੜੀ ਆ ਉਹ ਬਿਲਕੁਲ ਦਿਲ ਨੂੰ ਲੱਗਦੀ ਆ ਕਿ ਬਾਣੀ, ਕਿਉਂਕਿ ਅਲੱਗ-ਅਲੱਗ ਰੀਜਨਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਧੁਨੀਆਂ ਹੁੰਦੀਆਂ ਔਰ ਉਹ ਧੁਨੀਆਂ ਨੂੰ ਐਜ਼ ਇਟ ਇਜ਼ ਹੀ ਰੱਖਿਆ ਗਿਆ। ਅਤੇ ਹੁਣ ਇਹ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਵੀ ਉਹਨਾਂ ਨਾਲ ਛੇੜਛਾੜ ਨਾ ਕਰੀਏ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਲਿਖਿਆ ਤਾਂ ਉਹਨੂੰ ਸ਼ਬਦ ਹੀ ਪੜ੍ਹੀਏ,
ਹੈ ਨਾ। ਆਪਾਂ ਆਪਣੀ ਮਰਜ਼ੀ ਦੇ ਨਾਲ ਉਹਦੇ ਪੈਰ 'ਚ ਬਿੰਦੀ ਨਾ ਪਾ ਦਈਏ, ਇਹ ਸਾਡਾ ਵੀ ਫਿਰ ਫਰਜ਼ ਬਣਦਾ। ਅਗਲੀ ਗੱਲ ਜਿਹੜੀ ਉਹਨਾਂ ਨੇ ਲਿਖੀ ਆ ਉਹ ਵੀ ਬੜੀ ਇੰਪੋਰਟੈਂਟ। ਉਹ ਲਿਖਦੇ ਨੇ, ਇਟ ਹੈਜ਼ ਬੀਨ ਨੋਟਿਸਡ that often some parties put in extra bindi or tippi, which I feel is an error. The original Guru Granth Sahib was a Ladiwar. The current Swaroop came into being in the mid-1920s, and often printing presses quality control was lacking. However, when you read Galli Asi Changiyan Achari Buriyan, but in Gurbani it is not nasalite sound. Galli Asi has no meaning. Bhai Gurdas ji's writing help us for correct pronunciation. ਅਤੇ ਹੁਣ ਉਹ ਭਾਈ ਗੁਰਦਾਸ ਜੀਆਂ ਦੀ ਗੱਲ ਵੀ ਕਰਦੇ ਨੇ ਕਿ ਉਹਨਾਂ ਦੇ ਵਿੱਚੋਂ ਆਪਾਂ ਉਹਨਾਂ ਦੀ ਗੱਲ ਸੁਣ ਕੇ ਆਪਾਂ ਜੋ ਐਗਜ਼ੈਕਟ ਪ੍ਰੋਨਾਂਸੀਏਸ਼ਨ ਆ ਉਹ ਸਿੱਖ ਸਕਦੇ ਹਾਂ। ਗੱਲ ਫਿਰ ਉੱਥੇ ਹੀ ਆ ਕੇ ਖੜੀ ਹੋ ਜਾਂਦੀ ਹੈ ਜੀ ਕਿ ਕਿਉਂਕਿ ਮੇਰਾ ਪ੍ਰਸ਼ਨ ਸੀਗਾ, ਮੇਰਾ ਸਵਾਲ ਸੀਗਾ ਸੰਗਤ ਦੀ ਕਚਹਿਰੀ ਦੇ ਵਿੱਚ, ਉਹ ਇਹ ਸੀ ਕਿ ਕੋਈ ਵੀ ਭਾਸ਼ਾ ਵਿਗਿਆਨੀ ਜੋ ਸਾਨੂੰ ਇਹ ਸਮਝਾ ਸਕੇ ਕਿ ਪੈਰ 'ਚ ਬਿੰਦੀਆਂ ਪਾਉਣੀਆਂ ਕਿਉਂ ਪਈਆਂ। ਜਦੋਂ ਇਸ ਗੱਲ ਨੂੰ ਆਪਾਂ ਮੰਨਦੇ ਹਾਂ, ਔਰ ਇਹ ਗੱਲ ਮੈਨੂੰ ਇਸ ਗੱਲ ਦੇ ਨਾਲ ਮੈਂ ਇਤਫਾਕ ਰੱਖੂੰਗੀ ਕਿ ਵਾਕਈ ਕਿਉਂਕਿ ਬਾਣੀ ਅਲੱਗ-ਅਲੱਗ ਰੀਜਨਸ ਤੋਂ ਆਈ ਆ, ਅਤੇ ਜਦੋਂ ਉਹਨੂੰ ਕੰਪਾਈਲ ਕੀਤਾ ਗਿਆ ਤਾਂ ਗੁਰੂ ਪਾਤਸ਼ਾਹ ਨੇ ਕੋਈ ਉਹਦੇ 'ਚ ਚੇਂਜਿਸ ਨਹੀਂ ਕੀਤੀਆਂ। ਜਿਹੜੀ ਬਾਣੀ ਗੁਰੂ ਨਾਨਕ ਦੇ ਮਿਸ਼ਨ ਦੇ ਨਾਲ ਚੱਲਦੀ ਸੀਗੀ ਉਸ ਬਾਣੀ ਨੂੰ ਇਕੱਠਾ ਕਰ ਲਿਆ ਗਿਆ। ਅਤੇ ਪਰ ਉਹਨਾਂ ਨੇ ਵਿੱਚ ਕੁਝ ਛੇੜਛਾੜ ਗੁਰੂ ਪਾਤਸ਼ਾਹ ਨੇ ਉਹ ਜਿਹੜੀਆਂ ਨੇਜ਼ਲਾਈਟ ਸਾਊਂਡਸ ਹੋਣਗੀਆਂ, ਨੈਸਲ ਸਾਊਂਡਸ, ਉਹਨਾਂ ਨੂੰ ਚੇਂਜ ਨਹੀਂ ਕੀਤਾ, ਰਾਈਟ। ਸੋ ਇਹ ਗੱਲ ਸਮਝ ਆਉਂਦੀ ਆ, ਹੈ ਨਾ। ਅਤੇ ਫਿਰ ਆਪਾਂ ਚੇਂਜ ਕਿਉਂ ਕਰਨਾ ਚਾਹੁੰਦੇ ਹਾਂ? ਫਿਰ ਸਾਨੂੰ ਕਿਉਂ ਲੱਗਦਾ ਵੀ ਗੱਲੀ ਦਾ ਮਤਲਬ ਨਹੀਂ ਹੈਗਾ, ਹੈ ਨਾ, ਗੱਲੀ ਦਾ ਮਤਲਬ ਹੋਊਗਾ, ਫਿਰ ਸਾਨੂੰ ਕਿਉਂ ਲੱਗਦਾ? ਫਿਰ ਕੁਐਸਚਨ ਉੱਥੇ ਹੀ ਆ ਜਾਂਦਾ। ਅਗਲਾ ਜਿਹੜਾ ਇੰਪੋਰਟੈਂਟ ਈਮੇਲ ਆ ਉਹ ਆਇਆ ਇੰਦਰਜੀਤ ਮਿਲਖੂ ਹੋਣਾ ਦਾ। ਅਗੈਨ ਜਿਹੜੀ ਮੈਂ ਅਰਨਸਟ ਟਰੰਪ ਦੀ ਗੱਲ ਕੀਤੀ ਉਹ ਇਹਨਾਂ ਨੇ ਵੀ ਕੀਤੀ ਆ। It was reported to the British Parliament by Ernest Trump during the 1800s that Sikhs could rule the world and need to be subdued. ਉਹ ਅਰਨਸਟ ਟਰੰਪ ਐਟ ਆਲ ਲਿਖਦੇ ਆ। ਐਟ ਆਲ ਮਤਲਬ ਬਾਕੀ ਹੋਰ ਵੀ ਜਿਹੜੇ ਨੇ। The Hindu Masons wearing Khalsa garbs took control of all Sikh institutions and so begin its demise. Jumping forward to today, the Sikhs have had no primary university education in Lippi since the 1850s. ਇਹਨਾਂ ਦੀ ਪੂਰੀ ਈਮੇਲ ਦੇ ਵਿੱਚ ਇੱਕ ਤਾਂ ਅਰਨਸਟ ਟਰੰਪ ਵਾਲੀ ਗੱਲ ਮੇਰੇ ਮਨ ਲੱਗਦੀ ਹੈ, ਦੂਜੀ ਜਿਹੜੀ ਆਹ ਗੱਲ ਉਹਨਾਂ ਨੇ ਕੀਤੀ ਹੈ ਨਾ ਕਿ ਸਾਡੇ ਕੋਲ ਕੋਈ ਪ੍ਰਾਇਮਰੀ ਯੂਨੀਵਰਸਿਟੀ ਲੈਵਲ ਦੀ ਐਜੂਕੇਸ਼ਨ ਨਹੀਂ ਹੈਗੀ ਲਿਪੀ ਸਿਖਾਉਣ ਦੇ ਲਈ। ਸੰਥਿਆ ਦੀਆਂ ਕਲਾਸਾਂ ਜ਼ਰੂਰ ਚੱਲਦੀਆਂ ਨੇ, ਪਰ ਮੈਨੂੰ ਕਿਉਂਕਿ ਮੈਂ ਸੰਥਿਆ ਨਹੀਂ ਲਈ ਸੀਗੀ, ਸਾਨੂੰ ਦਵਾਈ ਨਹੀਂ ਗਈ, ਸੋ ਐਜ਼ ਅ ਬੱਚਿਆਂ ਦੇ ਵਿੱਚ ਤੁਹਾਡਾ ਕੋਈ ਫਿਰ ਕਸੂਰ ਨਹੀਂ ਹੁੰਦਾ। ਪਰ ਮੈਨੂੰ ਨਹੀਂ ਪਤਾ ਕਿ ਉੱਥੇ ਲਿਪੀ ਔਰ ਲਗਾਮ ਮਾਤਰਾ ਦੀ ਕਿੰਨੀ ਕੁ ਜ਼ਿਆਦਾ ਗਹਿਨ ਅਧਿਐਨ ਕੀਤਾ ਜਾਂਦਾ ਜਾਂ ਸਿਖਾਇਆ ਜਾਂਦਾ। ਸੋ ਇਹ ਜਿਹੜਾ ਇਹਨਾਂ ਦਾ ਪੁਆਇੰਟ ਹੈ ਨਾ, ਬੜਾ ਵੈਲਿਡ ਪੁਆਇੰਟ ਆ, ਅਤੇ ਇਹਦੇ ਉੱਤੇ ਸਿੱਖ ਕੌਮ ਨੂੰ ਗੌਰ ਕਰਨਾ ਚਾਹੀਦਾ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ, ਹੈ ਨਾ, ਹੋ ਇਕੱਤਰ ਮਿਲ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ, ਗੁਰੂ ਸਾਹਿਬ ਕਹਿੰਦੇ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ, ਗੁਰਦੁਆਰਿਆਂ ਨੂੰ ਸਿਰ ਜੋੜ ਕੇ ਇਹ ਸੋਚਣਾ ਚਾਹੀਦਾ ਕਿ ਆਪਾਂ ਇਸ ਜਿਹੜਾ ਇਹ ਪੂਰਾ ਕੌਨਸੈਪਟ ਆ ਇਹਦੇ ਉੱਤੇ ਆਪਾਂ ਕੰਮ ਕਿੱਦਾਂ ਕਰੀਏ, ਅਸੀਂ ਕਿੱਦਾਂ ਸਿਖਾਈਏ, ਕਿਉਂਕਿ ਵਾਕਈ ਐਜੂਕੇਸ਼ਨ ਹੋਣੀ ਬੜੀ ਜ਼ਰੂਰੀ ਆ। ਹੁਣ ਉਸੇ ਦਿਨ ਹੀ ਆਪਾਂ ਜਦੋਂ ਮੈਂ ਫਿਰ ਸੱਤ ਦੀ ਬਾਣੀ ਦੀ ਗੱਲ ਕਰਾਂਗੇ ਕਿ ਅਗਰ ਕੋਈ ਨੋਰਮਲੀ ਪੜ੍ਹੇ ਤਾਂ ਉਹਨੂੰ ਸਮਝ ਨਹੀਂ ਆਉਣੀ ਕਿ ਪੰਡਤ ਪਲੂਰਲ ਕਿੱਥੇ ਆ ਅਤੇ ਪੰਡਤ ਸਿੰਗੂਲਰ ਕਿੱਥੇ ਆ। ਇਹ ਤਾਂ ਆਪਾਂ ਨੂੰ ਇਕੱਲੀ ਲਗਾ ਮਾਤਰਾ ਸਮਝਣੀ ਪਊਗੀ। ਅਸੀਂ ਉਹ ਲੋਕ ਹਾਂ ਜਿਹੜੇ ਆਪਣੀ ਬਾਣੀ ਤੋਂ, ਆਪਣੀ ਬੋਲੀ ਤੋਂ ਹੀ ਬਹੁਤ ਦੂਰ ਆ ਗਏ ਆ। ਸਾਨੂੰ ਤਾਂ ਫੁੱਫੜ ਦਾ ਮਤਲਬ ਵੀ ਨਹੀਂ ਪੂਰਾ ਪਤਾ ਕਈਆਂ ਨੂੰ, ਹੈ ਨਾ। ਅਸੀਂ ਆਪਣੇ ਬੱਚਿਆਂ ਨੂੰ ਫੁੱਫੜ, ਭੂਆ, ਮਾਮੇ, ਚਾਚੇ ਉਹ ਰਿਸ਼ਤੇ ਵੀ ਛੱਡ ਦਿੱਤੇ ਆ ਆਪਾਂ, ਅਤੇ ਹੁਣ ਉਹਨਾਂ ਨੂੰ ਅੰਕਲ ਆਂਟੀ 'ਤੇ ਲੈ ਆਂਦਾ। ਸੋ ਜਿਹੜੀ ਕੌਮ ਆਪਣੇ ਮੂਲ ਅੱਖਰਾਂ ਤੋਂ ਹੀ ਮੂੰਹ ਮੋੜ ਕੇ ਬੈਠ ਗਈ ਆ, ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਆਪਣੀ ਵਿਆਕਰਣ ਨੂੰ ਕਿੱਦਾਂ ਸੰਭਾਲੂਗੀ, ਕਿਉਂਕਿ ਵਿਆਕਰਣ ਤਾਂ ਇੱਕ ਐਡਵਾਂਸਡ ਲਰਨਿੰਗ ਹੁੰਦੀ ਆ। ਤੁਸੀਂ ਜਿੰਨੇ ਮਰਜ਼ੀ ਭਾਸ਼ਾ ਬੋਲ ਸਕਦੇ ਹੋਵੋ, ਭਾਸ਼ਾ ਲਿਖ ਸਕਦੇ ਹੋਵੋ, ਪਰ ਜੇਕਰ ਤੁਸੀਂ ਉਹਦੀ ਗਹਿਰਾਈ ਆ ਉਹ ਵਿਆਕਰਣ ਦੇ ਵਿੱਚ ਜਾਣਾ ਆ, ਤਾਂ ਤੁਹਾਨੂੰ ਉਹਦੀ ਇੱਕ ਪ੍ਰੋਪਰ ਐਜੂਕੇਸ਼ਨ ਚਾਹੀਦੀ ਆ, ਹੈ ਨਾ। ਅਤੇ ਸਾਨੂੰ ਤਾਂ ਮੂਲ ਅੱਖਰ ਹੀ ਆਪਣੇ ਭੁੱਲ ਗਏ ਆ, ਸਾਨੂੰ ਤਾਂ ਇਹੀ ਨਹੀਂ ਪਤਾ ਤਾਰਾ ਮੀਰਾ ਕੀ, ਸਾਨੂੰ ਪਤਾ ਹੀ ਨਹੀਂ ਤਾਰਾ ਮੀਰਾ ਕੀ ਹੁੰਦਾ। ਆਪਣੇ ਬੱਚਿਆਂ ਨੂੰ ਸਾਨੂੰ ਕਦੇ ਦੱਸਿਆ ਹੀ ਨਹੀਂ। ਔਰ
ਕਈ ਖੇਡਾਂ ਸਾਡੀਆਂ ਨਿਕਲ ਗਈਆਂ। ਸੋ ਕਈ ਕੁਛ ਆ ਜੋ ਗੁਰਬਾਣੀ ਦੇ ਵਿੱਚ ਕਈ ਐਸੇ ਅੱਖਰ ਨੇ ਜੋ ਉਸ ਵੇਲੇ ਇਸਤੇਮਾਲ ਹੁੰਦੇ ਸੀਗੇ। ਖੂਹ ਦੀਆਂ ਟਿੰਡਾਂ ਦੀ ਗੱਲ ਕਰ ਲੈਂਦੇ ਆਪਾਂ ਹੁਣ। ਇੱਥੇ ਖਾਸ ਤੌਰ 'ਤੇ ਯੂਕੇ ਦੇ ਵਿੱਚ ਮੈਂ ਇਹ ਗੱਲ ਅਕਸਰ ਸੁਣੀ ਆ ਕਿ ਜਦੋਂ ਕੋਈ ਪੰਜਾਬੀ ਪੜ੍ਹਾਉਣ ਦੀ ਗੱਲ ਕਰਦਾ ਨਾ ਤਾਂ ਉਹ ਕਹਿ ਦਿੰਦੇ ਆ ਜੀ ਨਹੀਂ ਇਹ ਅੱਖਰ ਤਾਂ ਹੁਣ ਇਸਤੇਮਾਲ ਨਹੀਂ ਹੁੰਦੇ, ਇਹਨਾਂ ਨੂੰ ਛੱਡ ਦਿਓ। ਠੀਕ ਆ ਜੀ, ਅੱਖਰ ਛੱਡ ਦਿਓ, ਪਰ ਹੁਣ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਤੇਮਾਲ ਹੋਏ ਆ। ਅਤੇ ਜਦੋਂ ਤੁਸੀਂ ਬੱਚਿਆਂ ਨੂੰ ਉਹਨਾਂ ਦਾ ਮਤਲਬ ਹੀ ਨਹੀਂ ਦੱਸਣਾ ਅਤੇ ਕੱਲ੍ਹ ਨੂੰ ਬੱਚਿਆਂ ਨੇ ਕਨਫਿਊਜ਼ ਤਾਂ ਹੋਣਾ ਹੀ ਆ ਕਿ ਆਹ ਅੱਖਰ ਕੀ ਹੋਇਆ। ਇਸੇ ਤਰੀਕੇ ਨਾਲ ਜਿਹੜੀ ਸੰਸਕ੍ਰਿਤ ਆ ਨਾ ਉਹ ਦੂਰ ਹੁੰਦੀ ਇੱਕ ਐਸਾ ਲੈਵਲ ਆਇਆ ਕਿ ਉਹ ਦੂਰ ਹੋ ਗਈ। ਉਹ ਕੁਛ ਕੁ ਲੋਕਾਂ ਦੀ ਭਾਸ਼ਾ ਬਣ ਕੇ ਰਹਿ ਗਈ ਅਤੇ ਉਹੀ ਲੋਕ ਫਿਰ ਪੰਡਿਤ ਬਣ ਗਏ ਅਤੇ ਉਹਨਾਂ ਲੋਕਾਂ ਨੇ ਫਿਰ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ, ਜੋ ਕਿ ਸਾਡੇ ਨਾਲ ਹੋਣਾ ਸ਼ੁਰੂ ਹੋ ਗਿਆ। ਸਾਡੇ 'ਚੋਂ ਅੱਧੇ ਐਸੇ ਆ ਜੋ ਇਹ ਕਹਿੰਦੇ ਆ ਕਿ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਮਝ ਹੀ ਨਹੀਂ ਆਉਂਦੀ, ਪਤਾ ਨਹੀਂ ਬਹੁਤ ਔਖੀ ਭਾਸ਼ਾ ਆ। ਉਹ ਭਾਸ਼ਾ ਔਖੀ ਨਹੀਂ ਆ, ਅਸੀਂ ਭਾਸ਼ਾ ਛੱਡੀ ਬੈਠੇ ਹਾਂ। ਸੋ ਸਾਨੂੰ ਉਹ ਭਾਸ਼ਾ ਸਿੱਖਣੀ ਪੈਣੀ ਆ, ਸਾਨੂੰ ਉਹ ਅੱਖਰ ਉਹ ਵੋਕੈਬਲਰੀ ਸਿੱਖਣੀ ਪੈਣੀ ਆ, ਉਹਦੇ ਨਾਲ ਸਾਨੂੰ ਆਪਣੀ ਵਿਆਕਰਣ ਵੀ ਸਿੱਖਣੀ ਪੈਣੀ ਆ। ਸੋ ਇੰਦਰਜੀਤ ਮਿਲਖੂ ਹੋਣਾ ਦਾ ਜਿਹੜਾ ਇਹ ਸੁਜੈਸ਼ਨ ਆ ਨਾ ਉਹ ਮੈਂ ਕਿਰਦਾਰੇ ਖਾਲਸਾ ਦੇ ਪਲੈਟਫਾਰਮ ਦੇ ਮਾਧਿਅਮ ਤੋਂ ਸਾਰੇ ਗੁਰਦੁਆਰੇ ਸਾਹਿਬ ਦੇ ਜਿੰਨੇ ਵੀ ਪ੍ਰਧਾਨ ਨੇ ਜਾਂ ਪ੍ਰਬੰਧਕ ਕਮੇਟੀਆਂ ਨੇ ਔਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਜਿੰਨੇ ਵੀ ਜਿਹੜੇ ਵੀ ਇਸ ਪਾਸੇ ਧਿਆਨ ਰੱਖਦੇ ਨੇ ਜਾਂ ਸੂਝਵਾਨ ਨੇ ਉਹਨਾਂ ਸਾਰਿਆਂ ਨੂੰ ਮੈਂ ਰਿਕੁਐਸਟ ਕਰਦੀ ਹਾਂ ਕਿ ਆਪਾਂ ਇੱਧਰ ਧਿਆਨ ਦਈਏ। ਸਾਨੂੰ ਲਿਪੀ ਦੇ ਉੱਤੇ ਇੱਕ ਪ੍ਰੋਪਰ ਐਜੂਕੇਸ਼ਨ ਹੋਣੀ ਸਾਡੇ ਲਈ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਸਾਡੇ ਪੱਲੇ ਰਹਿਣਾ ਕੱਖ ਨਹੀਂ। ਅਗਲੀ ਗੱਲ ਜਿਹੜੀ ਉਹ ਲਿਖਦੇ ਆ ਉਹ ਕਹਿੰਦੇ ਨੇ ਫਾਈਨਲ ਅਟੈਕ ਟੂ ਐਕਸਟਰਮੀਨੇਟ ਗੁਰਸਿੱਖੀ ਇਜ਼ ਨਾਓ ਅੰਡਰ ਵੇ ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ। This is the change of the Granth Sahib text to add the poisonous material of falsehood. The recent theft of the Guru Swaroop from Amritsar under the guardianship of the SGPC is one step towards it. The loss of the library too aims to achieve this. ਹੁਣ ਇਹ ਜਿਹੜੀ ਗੱਲ ਆ ਇਹ ਵੀ ਸਹੀ ਆ। ਸਾਨੂੰ ਪਤਾ ਹੀ ਨਹੀਂ ਸਾਡੇ 328 ਸਰੂਪ ਕਿੱਥੇ ਚਲੇ ਗਏ। ਇੱਕ ਨਾ ਅੱਧਾ 328 ਸਰੂਪ ਕਿੱਥੇ ਗਏ ਗੁਰੂ ਗ੍ਰੰਥ ਸਾਹਿਬ 'ਤੇ ਸਾਨੂੰ ਪਤਾ ਹੀ ਨਹੀਂ ਆ। ਕੋਈ ਕਹਿੰਦਾ ਜੀ ਉਹ ਇੱਕ ਕਲੈਰੀਕਲ ਐਰਰ ਹੋ ਗਿਆ, ਫੇਅਰ ਇਨਫ, ਪਰ ਕਲੈਰੀਕਲ ਐਰਰ ਤੁਸੀਂ ਕਾਹਦੀ ਕਲਰਕੀ ਕਰਦੇ ਪਏ ਆ ਤੁਸੀਂ, ਹੈ ਨਾ। ਸੋ ਯੈਸ ਐਰਰ ਹੋ ਸਕਦੇ ਆ, ਗਲਤੀਆਂ ਹੋ ਸਕਦੀਆਂ, ਪਰ ਉਹ ਤੁਹਾਡੀ ਕੋਈ ਲਾਇਬ੍ਰੇਰੀ ਦੇ ਵਿੱਚ ਪਈ ਕਿਤਾਬ ਥੋੜ੍ਹੀ ਆ ਜਿਹਦੇ ਉੱਤੇ ਤੁਹਾਡੇ ਕੋਲ ਕਲੈਰੀਕਲ ਐਰਰ ਹੋ ਗਿਆ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸਰੂਪ ਬਾਰੇ ਗੱਲ ਕਰ ਰਹੇ ਆ, ਉੱਥੇ ਕਲੈਰੀਕਲ ਐਰਰ ਨਹੀਂ ਹੋ ਸਕਦੇ। ਸੋ ਪ੍ਰੋਬਲਮ ਉਹੀ ਹੈ ਨਾ ਕਿ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਪਰ ਉਹ ਸਿਰਫ ਸਾਡੀ ਕਹਿਣ ਦੀ ਉਹ ਗੱਲ ਆ। ਸਾਨੂੰ ਫਿਰ ਵੀ ਲੱਗਦਾ ਕਿ ਨਹੀਂ, ਫਿਰ ਅਸੀਂ ਕੋਈ ਹੋਰ ਅਸੀਂ ਪਤਾ ਨਹੀਂ ਰਾਹ ਤਾਂ ਹੀ ਸ਼ਾਇਦ ਲੱਭਦੇ ਫਿਰਦੇ ਕਿਉਂਕਿ ਅਸੀਂ ਭਟਕੇ ਹੋਏ ਲੋਕ ਹਾਂ। ਸੋ ਇਹ ਗੱਲ ਵੀ ਉਹਨਾਂ ਦੀ ਬੜੀ ਇੰਪੋਰਟੈਂਟ ਆ। ਇਹ ਹੋ ਤਾਂ ਹੀ ਰਹੀ ਹੈ ਜੀ ਕਿਉਂਕਿ ਅਸੀਂ ਹੌਲੀ ਹੌਲੀ ਪਹਿਲਾਂ ਗੁਰੂ ਦੀ ਬਾਣੀ ਤੋਂ, ਗੁਰੂ ਦੇ ਅੱਖਰਾਂ ਤੋਂ ਉਹਨਾਂ ਨੇ ਤੋੜਿਆ, ਫਿਰ ਗੁਰੂ ਦੀ ਭਾਸ਼ਾ ਤੋਂ ਤੋੜਿਆ, ਹੁਣ ਆਪਾਂ ਨੂੰ ਹੌਲੀ ਹੌਲੀ ਗੁਰੂ ਦੀ ਬਾਣੀ ਤੋਂ ਤੋੜਿਆ। ਹੁਣ ਉਹਨਾਂ ਨੇ ਇੰਨੀਆਂ ਕੁ ਵਾਰ ਉਹ ਬੇਅਦਬੀਆਂ ਹੋ ਚੁੱਕੀਆਂ। ਮੈਨੂੰ ਯਾਦ ਆ ਜਦੋਂ ਪਹਿਲੀ ਵਾਰ ਵੈਸੇ ਤਾਂ ਪਹਿਲੀ ਵਾਰ ਨਹੀਂ ਲੇਕਿਨ ਜਦੋਂ ਮੇਰੀ ਹੋਸ਼ ਦੇ ਵਿੱਚ ਐਡਾ ਵੱਡਾ ਕਾਂਡ ਜਿਹੜਾ ਪਹਿਲੀ ਵਾਰ ਹੋਇਆ ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਇੱਕ ਕਿੰਨਾ ਚਿਹਰੇ ਦਿਮਾਗ ਨੂੰ ਟੈਨਸ਼ਨ ਰਹੀ ਕਿ ਇਹ ਹੋਇਆ ਕੀ ਹੈ, ਕਿੱਦਾਂ ਹੋ ਗਿਆ, ਹੈ ਨਾ। ਪਰ ਹੁਣ ਹੌਲੀ ਹੌਲੀ ਉਹਨਾਂ ਨੇ ਇੰਨੀ ਕੁ ਵਾਰ ਇਹ ਦੁਹਰਾ ਦਿੱਤਾ ਕਿ ਸਿੱਖਾਂ ਨੂੰ ਹੀ ਲੱਗਣ ਲੱਗ ਗਿਆ ਅਤੇ ਰੋਜ਼ ਦਾ ਹੀ ਕੰਮ ਆ, ਹੈ ਨਾ। ਹੁਣ ਜਦੋਂ ਉਹ ਖਬਰ ਵੀ ਆਈ ਹੁੰਦੀ ਹੈ ਨਾ ਕਿ ਫਲਾਣੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਆਪਾਂ ਫਟਾਫਟ ਸਕਰੋਲ ਕਰ ਦਿੰਦੇ ਹਾਂ ਕਿ ਇਹ ਤਾਂ ਹੁੰਦੀ ਰਹਿੰਦੀ ਆ। ਉਹਨਾਂ ਨੇ ਸਾਡਾ ਮਿਆਰ ਇੰਨਾ ਸੁੱਟ ਦਿੱਤਾ ਕਿ ਇਹ ਕੋਈ ਗੱਲ ਹੀ ਨਹੀਂ ਆ। ਹੌਲੀ ਹੌਲੀ ਸਾਡੇ 'ਚੋਂ ਹੀ ਕਈ ਐਸੇ ਹੋਣਗੇ, ਔਰ ਇਹ ਮੈਂ ਸੁਣਿਆ ਲੋਕਾਂ ਨੂੰ ਕਹਿੰਦਿਆਂ ਹੋਇਆਂ ਕਿ ਤੁਸੀਂ ਤਾਂ ਐਵੇਂ ਪਾਗਲ ਆ, ਰੌਲਾ ਪਾਈ ਜਾਂਦੇ ਆ, ਫਿਰ ਕੀ ਹੋਇਆ, ਹੈ ਨਾ। ਉਹ ਇੱਕ ਤਰੀਕੇ ਨਾਲ, ਔਰ ਅਸੀਂ ਏਡੇ ਮੂਰਖ ਲੋਕ ਹਾਂ ਕਿ ਸਾਨੂੰ ਲੱਗਦਾ ਕਿ ਅਸੀਂ ਸਿਆਣੇ ਹਾਂ, ਹੈ ਨਾ, ਕਿ ਅਸੀਂ ਤਾਂ ਬਹੁਤ ਮਾਡਰਨ ਹੋ ਗਏ, ਅਸੀਂ ਤਾਂ ਹੁਣ ਸਮਝਦੇ ਬਹੁਤ ਕੁਛ ਹਾਂ, ਸਾਡੀਆਂ ਸਪੋਜੀਸ਼ਨਸ ਬਹੁਤ ਨੇ, ਸਾਨੂੰ ਇਹ ਲੱਗਣ ਲੱਗ ਗਿਆ, ਹੈ ਨਾ। ਆਪਾਂ ਗੁਰੂ ਤੋਂ ਬੇਮੁਖ ਹੋ ਕੇ ਸਿਰਫ ਰੁਲਣਾ ਆ। ਇਹ ਗੱਲ ਆਪਾਂ ਸਮਝ ਲਈਏ, ਅੱਜ ਸਮਝ ਲਈਏ, ਕੱਲ੍ਹ ਸਮਝ ਲਈਏ, ਰੁਲ ਕੇ ਵਾਪਸ ਆਈਏ, ਖੁਆਰ ਹੋ ਕੇ ਵਾਪਸ ਆਈਏ, ਆਉਣਾ ਪੈਣਾ। ਅਤੇ ਕਿਉਂ ਨਾ ਆਪਾਂ ਹੁਣੇ ਹੀ ਘਰ ਸਾਂਭਣਾ ਸ਼ੁਰੂ ਕਰ ਦਈਏ। ਸੋ ਹੱਥ ਬੰਨ੍ਹ ਕੇ ਬੇਨਤੀ ਆ, ਜਿਨ੍ਹਾਂ ਕੋਲ ਪਾਵਰ ਆ, ਜਿਨ੍ਹਾਂ ਕੋਲ ਰੁਤਬੇ ਨੇ, ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਸਾਂਭਦੇ ਨੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਾਕਈ ਹੀ ਲਿਪੀ ਲੈਵਲ ਦੇ ਉੱਤੇ ਜਿਹੜੀ ਐਜੂਕੇਸ਼ਨ ਹੈ ਨਾ ਉਹ ਦੇਣੀ ਸ਼ੁਰੂ ਕਰੋ। ਊੜਾ ਊਠ ਐੜਾ ਅੰਬ ਅਤੇ ਈੜੀ ਇੰਜਣ ਹੀ ਨਾ ਪੜ੍ਹਾਈ ਜਾਈਏ। ਉਹਦੇ ਮਾਇਨੇ ਕੀ ਨੇ? ਗੁਰੂ ਨਾਨਕ ਨੇ ਸਾਨੂੰ ਮਾਇਨੇ ਦਿੱਤੇ ਨੇ,
ਆਪਾਂ ਉਹ ਪੜ੍ਹਾਉਣੇ ਸ਼ੁਰੂ ਕਰੀਏ। ਸੋ ਇੰਨੀਆਂ ਕੁ ਮੇਰੀਆਂ ਜਿਹੜੀਆਂ ਇਸ ਟੌਪਿਕ ਦੇ ਉੱਤੇ ਬੇਨਤੀਆਂ ਉਹ ਕਿਰਪਾ ਕਰਕੇ ਪ੍ਰਵਾਨ ਕਰਿਓ। ਅਗਲੀ ਗੱਲ ਜਿਹੜੀ ਆਉਂਦੀ ਆ ਉਹ ਫਿਰ ਵਿਰਦੀ ਸਾਹਿਬ ਦਾ ਜਿਹੜਾ ਕੁਐਸਚਨ ਆਪਣਾ ਰਹਿ ਗਿਆ ਸੀ ਉਹਦੇ ਬਾਰੇ ਗੱਲ ਹੈ। ਉਹਨਾਂ ਨੇ ਸਵਾਲ ਕੀਤਾ, ਪਹਿਲਾ ਪਾਰਟ ਵਿਰਦੀ ਸਾਹਿਬ ਦਾ ਉਹਨਾਂ ਦਾ ਮੈਂ ਕਰ ਚੁੱਕੀ ਸੀ, ਆਨਸਰ ਦੇ ਚੁੱਕੀ ਹਾਂ, ਸੰਗਤ ਦੀ ਕਚਹਿਰੀ ਵਿੱਚ ਵੀ ਰੱਖ ਚੁੱਕੀ ਹਾਂ। ਅਗਲਾ ਪਾਰਟ ਜਿਹੜਾ ਸੀ ਉਹ ਲਿਖਦੇ ਨੇ, ਪਲੀਜ਼ ਐਕਸਪਲੇਨ ਦ ਮੀਨਿੰਗ ਆਫ 2 lines below. The English translation is confusing. Since these hymns and verses are by Guru Nanak Ji, do these mean that it is Guru who is Shiva, Vishnu, Parvati and all? So do these mean that it is Guru who is Shiva, Vishnu, Parvati and all? ਜਿਹੜੀ ਉਹਨਾਂ ਨੇ ਪੰਕਤੀਆਂ ਲਿਖੀਆਂ ਦੱਸੀਆਂ ਨੇ ਉਹ ਹੈਗੀ ਆ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਹਦੇ ਵਿੱਚ ਉਹ ਪੁੱਛ ਰਹੇ ਨੇ ਕਿ ਇਹਨਾਂ ਦਾ ਮਤਲਬ ਦੱਸੋ, ਕਿਉਂਕਿ ਇੰਗਲਿਸ਼ ਟਰਾਂਸਲੇਸ਼ਨ ਉਹਨਾਂ ਨੇ ਨਾਲ ਹੀ ਦੇ ਦਿੱਤੀ ਆ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਇੰਗਲਿਸ਼ ਟਰਾਂਸਲੇਸ਼ਨ ਕਨਫਿਊਜ਼ਿੰਗ ਹੈ ਥੋੜ੍ਹੀ ਜਿਹੀ, ਅਤੇ ਨਾਲ ਹੀ ਉਹ ਇਹ ਕਹਿੰਦੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਦੀਆਂ ਪੰਕਤੀਆਂ ਨੇ। ਤਾਂ ਕਿਆ ਇਹਦਾ ਮਤਲਬ ਇਹ ਹੈ ਕਿ ਗੁਰੂ ਜਿਹੜੇ ਨੇ ਉਹੀ ਗੁਰੂ ਬ੍ਰੈਕਟ 'ਚ ਪਾ ਕੇ ਉਹਨਾਂ ਨੇ ਨਾਨਕ ਲਿਖਿਆ ਕਿ ਉਹੀ ਸ਼ਿਵਾ, ਉਹੀ ਵਿਸ਼ਨੂੰ, ਉਹੀ ਪਾਰਬਤੀ ਨੇ। ਦੇਖੋ, ਔਰ ਜੋ ਟਰਾਂਸਲੇਸ਼ਨ ਉਹਨਾਂ ਨੇ ਦਿੱਤੀ ਉਹ ਵਾਕਈ ਕਨਫਿਊਜ਼ਿੰਗ ਹੈ। ਟਰਾਂਸਲੇਸ਼ਨ ਪਹਿਲੀ ਲਾਈਨ ਦੇ ਵਿੱਚ ਕਹਿੰਦੀ ਹੈ, ਦ ਗੁਰੂਜ਼ ਵਰਡ ਇਜ਼ ਦ ਸਾਊਂਡ ਕਰੰਟ ਆਫ ਦੀ ਨਾਦ, ਗੁਰਮੁਖ ਨਾਦੰ ਗੁਰਮੁਖ ਵੇਦਨ। ਸੋ ਇਹ ਕਨਫਿਊਜ਼ਿੰਗ ਹੈ ਜੀ, ਕਿਉਂਕਿ ਗੁਰੂਜ਼ ਵਰਡ ਇਜ਼ ਦ ਸਾਊਂਡ ਕਰੰਟ ਆਫ ਦੀ ਨਾਦ, ਪ੍ਰੋਬਬਲੀ ਯੂ ਕੈਨ ਸੇ, ਪਰ ਜਿਹੜਾ ਇਹਦਾ ਪ੍ਰੋਪਰ ਮੀਨਿੰਗ ਬਣਦਾ ਉਹ ਹੈਗਾ ਗੁਰਮੁਖ, ਗੁਰੂ ਦੇ ਰਾਹੀਂ, ਗੁਰੂ ਦੇ ਮੁਖ ਰਾਹੀਂ ਪ੍ਰਾਪਤ ਹੁੰਦਾ ਆ। ਮਤਲਬ ਗੁਰੂ ਦੇ ਥਰੂ ਸਾਨੂੰ ਨਾਦ ਅਤੇ ਜਿਹੜਾ ਵੇਦੰ, ਹੁਣ ਜਿਹੜਾ ਵੇਦੰ ਆ ਨਾ ਉਹ ਲੋਕ ਅਕਸਰ ਸੋਚ ਲੈਂਦੇ ਆ ਕਿ ਸ਼ਾਇਦ ਇਹ ਜਿਹੜੇ 4 ਵੇਦ ਆ ਉਹਨਾਂ ਦੀ ਗੱਲ ਕਰਦੇ ਆ। ਵੇਦ ਦਾ ਮਤਲਬ ਹੁੰਦਾ ਟੂ ਨੋ, ਹੈ ਨਾ, ਉਹ ਜਿਹੜਾ ਉਹ ਗਿਆਨ ਆ ਨਾ ਪੂਰਾ, ਉਹਦੇ ਬਾਰੇ ਗੱਲ ਹੋ ਰਹੀ ਆ ਕਿ ਗੁਰੂ ਦੇ ਜ਼ਰੀਏ ਹੀ ਜਿਹੜਾ ਉਹ ਅਸੰਗ ਜਿਹੜਾ ਨਾਦ ਆ ਉਹਦੀ ਗੱਲ ਚੱਲ ਸਕਦੀ ਆ। ਗੁਰੂ ਦੇ ਥਰੂ ਹੀ ਸਾਨੂੰ ਉਹ ਪ੍ਰਾਪਤ ਹੋ ਸਕਦਾ, ਗੁਰੂ ਦੇ ਥਰੂ ਹੀ ਉਹ ਜਿਹੜਾ ਗਿਆਨ ਆ ਉੱਥੋਂ ਤੱਕ ਪਹੁੰਚਣ ਦਾ ਜ਼ਰੀਆ ਸਾਨੂੰ ਮਿਲ ਸਕਦਾ। ਸੋ ਇਹਦਾ ਮਤਲਬ ਇਹ ਆ, ਗੁਰ ਈਸਰ ਗੁਰਮੁਖ ਰਿਹਾ ਸਮਾਈ, ਜਿਹੜਾ ਹੁਣ ਗੁਰਮੁਖ ਇੱਥੇ ਹੁਣ ਦੇਖੋ ਇੱਥੇ ਗੁਰਮੁਖ ਜਿਹੜਾ ਗੁਰਮੁਖ ਰਿਹਾ ਸਮਾਈ ਆ ਗਿਆ ਨਾ, ਕਿ ਗੁਰਮੁਖ ਹਮੇਸ਼ਾ ਉਸ ਗੁਰੂ ਦੇ, ਉਸ ਇੱਕ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਸਮਾਉਂਦਾ। ਹੁਣ ਇੱਥੇ ਥੋੜ੍ਹੀ ਜਿਹੀ ਜਿਹੜੀ ਕਨਫਿਊਜ਼ਨ ਆ ਉਹ ਗੁਰੂ ਅੱਖਰ ਤੋਂ ਵੀ ਆਉਂਦੀ ਹੈ, ਜੋ ਕਿ ਵਿਰਦੀ ਸਾਹਿਬ ਨੇ ਜਿਹੜੀ ਦੂਜੀ ਮੈਨੂੰ ਈਮੇਲ ਕੀਤੀ ਉਹਦੇ 'ਚ ਉਹਨਾਂ ਨੇ ਪੁੱਛਿਆ ਵੀਗਾ ਕਿ ਗੁਰੂ ਦਾ ਮਤਲਬ ਕੀ ਆ। ਸੋ ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਆ। ਦੇਖੋ, ਪਰ ਪਹਿਲਾਂ ਇੱਥੇ ਦੇਖ ਲਈਏ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਕਿਆ ਗੁਰੂ ਹੀ ਸ਼ਿਵਾ ਹੈ, ਗੁਰੂ ਹੀ, ਇਹਦਾ ਮਤਲਬ ਇਹ ਹੈ ਜੀ, ਕਿਉਂਕਿ ਸਮਝੀਏ ਪਹਿਲਾਂ ਕਿ ਈਸਰ ਬ੍ਰਹਮਾ, ਗੋਰਖ ਬ੍ਰਹਮਾ, ਪਾਰਬਤੀ ਮਾਈ, ਹੁਣ ਇਹਨਾਂ ਸਾਰਿਆਂ ਦਾ ਹੀ ਕੋਈ ਨਾ ਕੋਈ ਜਿਹੜਾ ਨਾ ਉਹ ਮਾਈਥੋਲੋਜੀ ਦੇ ਵਿੱਚ ਕੋਈ ਨਾ ਕੋਈ ਰੁਤਬਾ ਆ। ਰੁਤਬਾ ਇਹ ਆ, ਬ੍ਰਹਮਾ ਕਿਹਾ ਜਾਂਦਾ ਹੈ ਕਿ ਉਹ ਦੁਨੀਆ ਦਾ ਸ੍ਰਿਸ਼ਟੀ ਕਰਤਾ, ਦੁਨੀਆ ਨੂੰ ਘਾੜਤ ਕੱਢਦਾ। ਪਾਰਬਤੀ ਔਰ ਜੋ ਸ਼ਿਵ ਨੇ ਉਹਨਾਂ ਬਾਰੇ ਇਹ ਕਿਹਾ ਜਾਂਦਾ ਕਿ ਉਹੀ ਪੁਰਸ਼ ਅਤੇ ਸ਼ਕਤੀ ਆ, ਹੈ ਨਾ। ਪਰ ਗੁਰੂ ਨਾਨਕ ਕਹਿ ਰਹੇ ਨੇ ਕਿ ਇਸ ਦੁਨੀਆ ਦੇ ਵਿੱਚ ਜੇ ਕੋਈ ਘਾੜਤ ਘੜਤਾ ਹੈ ਤਾਂ ਉਹ ਸਿਰਫ ਇੱਕ ਪਰਮਾਤਮਾ ਹੈ, ਉਹ ਗੁਰੂ ਹੈ। ਹੁਣ ਗੁਰੂ ਕੌਣ ਹੈ? ਗੁਰੂ ਹੈ ਸ਼ਬਦ, ਹੈ ਨਾ। ਉਹ ਸ਼ਬਦ ਗੁਰੂ ਕਿੱਦਾਂ, ਉਹਦੇ ਬਾਰੇ ਆਪਾਂ ਗੱਲ ਕਰਦੇ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਸੋ ਇੰਨੀ ਕੁ ਗੱਲ ਆ ਕਿ ਗੁਰੂ ਜਿਹੜਾ ਜਿਸ ਤਰੀਕੇ ਨਾਲ ਬ੍ਰਹਮਾ ਦਾ ਮਤਲਬ ਇਹ ਨਹੀਂ ਆ ਕਿ ਗੁਰੂ ਬ੍ਰਹਮਾ, ਅਤੇ ਯਾਨੀ ਕਿ ਤੁਸੀਂ ਹੁਣ ਗੁਰੂ ਨਾਨਕ ਨੂੰ ਇੱਦਾਂ ਚੌਂਕੜੀ ਮਾਰ ਕੇ ਅਤੇ 4 ਬਾਹਾਂ ਲਾ ਕੇ ਸੋਚਣਾ ਸ਼ੁਰੂ ਕਰ ਦਿਓ, ਇਹ ਗੱਲ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਜੇ ਕੋਈ ਇਸ ਦੁਨੀਆ ਦੇ ਵਿੱਚ ਘਾੜਤ ਘੜ ਸਕਦਾ ਹੈ ਤਾਂ ਉਹ ਹੈ ਇੱਕ ਅਕਾਲ ਪੁਰਖ। ਜੇ ਕੋਈ ਇਸ ਦੁਨੀਆ ਦੀ ਉਤਪਤੀ ਕਰਦਾ, ਜੇ ਕੋਈ ਇਸ ਦੁਨੀਆ ਨੂੰ ਖ਼ਤਮ ਕਰ ਸਕਦਾ, ਜੇ ਦੁਬਾਰਾ ਉਤਪਤ ਕਰ ਸਕਦਾ, ਉਹ ਸਿਰਫ ਇੱਕ ਅਕਾਲ ਪੁਰਖ ਕਰ ਸਕਦਾ। ਅਤੇ ਉਹੀ ਇੱਕ ਅਕਾਲ ਪੁਰਖ ਜਿਹੜਾ ਉਹ ਸਿੱਖਾਂ ਦਾ ਗੁਰੂ ਹੈ। ਹੁਣ ਉਹ ਕਿੱਦਾਂ ਦੇਖੋ, ਇਹਨੂੰ ਆਪਾਂ ਪ੍ਰੂਵ ਕਿੱਦਾਂ ਕਰਾਂਗੇ? ਕਿਉਂਕਿ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹੁਣ ਜਦੋਂ ਗੁਰੂ ਨਾਨਕ ਥਾਪਿਆ ਨਾ ਜਾਏ ਦੀ ਗੱਲ ਕਰਦੇ ਆ ਤਾਂ ਬ੍ਰਹਮਾ ਤਾਂ ਥਾਪੇ ਗਏ ਨਾ, ਪਾਰਬਤੀ ਥਾਪੇ ਗਏ ਨਾ, ਇਹ ਸਾਰੇ ਕਿਤੇ ਨਾ ਕਿਤੇ ਥਾਪੇ ਗਏ। ਇਹਨਾਂ ਦਾ ਇੱਕ ਸਮਾਂ ਕਾਲ ਹੋਇਆ ਅਤੇ ਉਹਦੇ ਵਿੱਚ ਹੀ ਇਹ ਰਹੇ ਆ, ਹੈ ਨਾ। ਸੋ
ਜਦੋਂ ਗੁਰੂ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਬੜਾ ਕਲੀਅਰ ਕਰ ਦਿੰਦੇ ਆ ਕਿ ਉਹ ਕਿਹਦੀ ਗੱਲ ਕਰ ਰਹੇ ਨੇ। ਅਤੇ ਜਦੋਂ ਉਹ ਉਸ ਅਕਾਲ ਪੁਰਖ ਦੀ ਗੱਲ ਕਰਨਗੇ ਜਿਹੜਾ ਥਾਪਿਆ ਨਹੀਂ ਜਾ ਸਕਦਾ, ਅਤੇ ਫਿਰ ਉਹ ਗੁਰੂ ਬ੍ਰਹਮਾ ਨੂੰ ਕਿੱਦਾਂ ਬਣਾ ਲੈਣਗੇ। ਤੁਸੀਂ ਇਹ ਸਮਝੋ, ਜਿਸ ਦੀ ਕੌਨਸ਼ੀਅਸਨੈਸ ਹਾਇਰ ਲੈਵਲ 'ਤੇ ਗਈ ਹੋਵੇ ਉਹ ਲੋਅਰ ਲੈਵਲ ਨੂੰ ਮੰਨਣ ਦੇ ਲਈ ਤਿਆਰ ਕਿੱਦਾਂ ਹੋਊਗਾ। ਇੱਕ ਗੁਰੂ ਹੀ ਕਹਿ ਰਹੇ ਨੇ, ਗੁਰੂ ਨਾਨਕ ਹੀ ਕਹਿ ਰਹੇ ਨੇ ਕਿ ਮੈਂ ਉਸ ਇੱਕ ਅਕਾਲ ਪੁਰਖ ਦੀ ਗੱਲ ਕਰ ਰਿਹਾ ਜਿਹੜਾ ਥਾਪਿਆ ਨਹੀਂ ਜਾ ਸਕਦਾ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪਰ ਬ੍ਰਹਮਾ ਦਾ ਤਾਂ ਟਾਈਮ ਪੀਰੀਅਡ ਹੈ। ਸੋ ਫਿਰ ਉਹਨੂੰ ਗੁਰੂ ਕਿੱਦਾਂ ਕਹਿ ਸਕਦੇ ਆ, ਨਹੀਂ ਨਾ ਕਹਿ ਸਕਦੇ। ਸੋ ਇੱਥੋਂ ਆਪਾਂ ਸਮਝ ਲਈਏ। ਹੁਣ ਆਈਏ ਆਪਾਂ ਗੱਲ ਦੇ ਉੱਤੇ ਕਿ ਗੁਰੂ ਦਾ ਮਤਲਬ ਕੀ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਸਿੱਧ ਪੁੱਛਦੇ ਨੇ, ਹੈ ਨਾ, ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਅਤੇ ਇਹਦੇ ਜਵਾਬ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹਨਾਂ ਨੂੰ ਜਦੋਂ ਸਿੱਧ ਪੁੱਛਦੇ ਨੇ ਕਿ ਇਹ ਮੂਲ ਕੀ ਆ ਇਸ ਸ੍ਰਿਸ਼ਟੀ ਦਾ, ਤਾਂ ਉਹ ਕਹਿੰਦੇ ਨੇ ਪਵਨ ਮੂਲ। ਪਵਨ ਮਤਲਬ ਕਿ ਸਭ ਤੋਂ ਪਹਿਲਾਂ ਤਾਂ ਵੈਕਿਊਮ ਹੀ ਸੀਗਾ ਨਾ, ਹੈ ਨਾ, ਉਹ ਮੂਲ ਆ। ਉਸ ਤੋਂ ਬਾਅਦ ਉਹ ਕਹਿੰਦੇ ਨੇ ਔਰ ਦੂਜੀ ਜਿਹੜਾ ਪਵਨ, ਕਿਉਂਕਿ ਸਵਾਸ ਜਿਹੜੇ ਸਾਹ ਆ ਉਹਨਾਂ ਤੋਂ ਬਿਨਾਂ ਤਾਂ ਹੈ ਨਹੀਂ, ਉਹ ਹਵਾ ਹੀ ਤਾਂ ਹੈ। ਕਵਨ ਮਤ ਵੇਲਾ ਅਤੇ ਸਤਿਗੁਰ ਮਤ ਵੇਲਾ, ਸਤਿਗੁਰ ਦੀ ਮੱਤ ਲੈਣ ਦਾ ਵੇਲਾ ਆ, ਹੈ ਨਾ। ਹੁਣ ਤੇਰਾ ਕਵਣ ਗੁਰੂ, ਔਰ ਇਹ ਤੋਂ ਅੱਗੇ ਹੀ ਉਹ ਕਹਿ ਦਿੰਦੇ ਨੇ ਤੇਰਾ ਕਵਣ ਗੁਰੂ ਕਿਸ ਕਾ ਤੂੰ ਚੇਲਾ। ਅਤੇ ਉਹ ਗੁਰੂ ਪਾਤਸ਼ਾਹ ਇੱਥੇ ਹੀ ਦੱਸ ਦਿੰਦੇ ਆ ਕਿ ਮੇਰਾ ਜਿਹੜੇ ਸਤਿਗੁਰ ਮਤ ਵੇਲਾ ਹੈ ਨਾ, ਉਹ ਸਤਿਗੁਰ ਕੌਣ ਹੈ? ਸ਼ਬਦ ਗੁਰੂ ਸੁਰਤ ਤੁਨ ਚੇਲਾ। ਮੇਰੀ ਸੁਰਤ ਦਾ ਟਿਕਾਓ ਉਸ ਗੁਰੂ ਦਾ ਸਿੱਖ ਹੈ। ਯਾਨੀ ਕਿ ਗੁਰੂ ਨਾਨਕ ਨਾ ਆਪ ਬੋਡੀ ਦੇ ਵਿੱਚ ਨੇ, ਬੋਡੀ ਦੀ ਉਹ ਗੱਲ ਹੀ ਨਹੀਂ ਕਰ ਰਹੇ, ਨਾ ਉਹ ਪਰਮਾਤਮਾ ਨੂੰ ਕਿਸੇ ਬੋਡੀ ਵਿੱਚ ਬੰਨ੍ਹਦੇ ਨੇ। ਜਦੋਂ ਉਹ ਕਿਸੇ ਬੋਡੀ 'ਚ ਹੀ ਨਹੀਂ ਬਣ ਰਹੇ ਤਾਂ ਫਿਰ ਗੁਰੂ ਈਸਰ ਬ੍ਰਹਮਾ ਇੰਦ ਕਿੱਦਾਂ ਹੋ ਸਕਦਾ? ਫਿਰ ਨਹੀਂ ਹੋ ਸਕਦਾ ਨਾ। ਉਹ ਇਹ ਕਹਿੰਦੇ ਨੇ ਕਿ ਮੇਰਾ ਗੁਰੂ ਸ਼ਬਦ ਹੈ ਅਤੇ ਮੇਰੀ ਸੁਰਤ ਚੇਲਾ ਆ। ਬੋਡੀ ਦੀ ਤਾਂ ਗੱਲ ਹੀ ਨਹੀਂ ਕਰ ਰਹੇ, ਅਤੇ ਬ੍ਰਹਮਾ ਦੀ ਤਾਂ ਬਕਾਇਦਾ ਬੋਡੀ ਬਣਾਈ ਜਾਂਦੀ ਹੈ ਨਾ। ਤਾਂ ਫਿਰ ਇੱਥੋਂ ਹੀ ਬੜਾ ਕਲੀਅਰ ਹੋ ਜਾਂਦਾ ਕਿ ਗੁਰੂ ਪਾਤਸ਼ਾਹ ਕਿਸੇ ਬ੍ਰਹਮਾ ਦੀ ਇੱਥੇ ਗੱਲ ਨਹੀਂ ਕਰ ਰਹੇ। ਅਗਲੀ ਗੱਲ ਜਿਹੜੀ ਆ ਉਹ ਅਕਸਰ ਆ ਜਾਂਦੀ ਹੈ ਕਿ ਚਲੋ ਸ਼ਬਦ ਗੁਰੂ ਹੋ ਗਿਆ, ਠੀਕ ਆ। ਹੁਣ ਸ਼ਬਦ ਹੈ ਕੀ? ਤਾਂ ਸ਼ਬਦ ਇਹ ਨਹੀਂ ਆ ਜਿਹੜਾ ਮੈਂ ਬੋਲ ਰਹੀ ਹਾਂ ਜਾਂ ਕੋਈ ਵੀ ਬੋਲ ਰਿਹਾ, ਉਹ ਸ਼ਬਦ ਨਹੀਂ ਆ। ਮੈਜੋਰਿਟੀ ਆਫ ਟਾਈਮ ਹੁੰਦਾ ਕੀ ਆ, ਕਿਉਂਕਿ ਇਹ ਬਿਬਲੀਕਲ ਰੈਫਰੈਂਸ ਆ। ਅਸੀਂ ਇਸੇ ਗੱਲ ਕਰਕੇ ਥੋੜ੍ਹਾ ਜਿਹਾ ਪਰੇਸ਼ਾਨ ਆ, ਅਸੀਂ ਨਾ ਕਨਫਿਊਜ਼ ਹੁੰਦੇ ਹਾਂ, ਕਿਉਂਕਿ ਬਿਬਲੀਕਲੀ ਵਰਡ ਦੇ ਉੱਤੇ ਜ਼ਿਕਰ ਕੀਤਾ ਜਾਂਦਾ ਅਤੇ ਉਹਨਾਂ ਨੂੰ ਕਹਿੰਦੇ ਕਿ ਵਰਡ ਆਫ ਗੋਡ। ਅਤੇ ਵਰਡ ਆਫ ਗੋਡ ਕੀ ਆ ਕਿ ਜੋ ਪਰਮਾਤਮਾ ਨੇ ਕਿਹਾ ਉਹ ਸੱਚ ਹੋ ਗਿਆ। ਉਹ ਇਹ ਕਹਿੰਦੇ ਆ ਕਿ ਪਰਮਾਤਮਾ ਨੇ ਕਿਹਾ ਲੈਟ ਦੇਅਰ ਬੀ ਵਾਟਰ, ਅਤੇ ਉੱਥੇ ਪਾਣੀ ਹੋ ਗਿਆ। ਸੋ ਉਹ ਉਸ ਚੀਜ਼ ਨੂੰ ਸ਼ਬਦ ਮੰਨਦੇ ਆ, ਉਸ ਚੀਜ਼ ਨੂੰ ਵਰਡ ਮੰਨਦੇ ਆ। ਖੈਰ ਉਹ ਵਰਡ ਮੰਨਦੇ ਆ, ਆਪਾਂ ਉਹਨੂੰ ਆਪਣੀ ਮਰਜ਼ੀ ਨਾਲ ਹੀ ਟਰਾਂਸਲੇਟ ਕੀਤਾ ਅਤੇ ਸ਼ਬਦ ਲੈ ਆਂਦਾ। ਗੁਰੂ ਨਾਨਕ ਦਾ ਜੋ ਸ਼ਬਦ ਹੈ ਉਹ ਇਸ ਤਰੀਕੇ ਦੇ ਅੱਖਰ ਨਹੀਂ ਹੈ। ਗੁਰੂ ਨਾਨਕ ਜਿਸ ਸ਼ਬਦ ਨੂੰ ਗੁਰੂ ਕਹਿ ਰਹੇ ਨੇ ਉਹ ਅੱਖਰਾਂ ਨੂੰ ਗੁਰੂ ਨਹੀਂ ਕਹਿ ਰਹੇ। ਉਹ ਇਹ ਨਹੀਂ ਕਹਿ ਰਹੇ ਕਿ ਜਿਹੜੇ ਅੱਖਰ ਬੋਲੇ ਜਾਣਗੇ ਚਾਹੇ ਕਿਸੇ ਵੱਲੋਂ ਵੀ ਬੋਲੇ ਜਾਣ, ਉਹ ਇਹਦੇ ਬਾਰੇ ਨਹੀਂ ਗੱਲ ਕਰ ਰਹੇ। ਉਹ ਉਸ ਸ਼ਬਦ ਦੀ ਗੱਲ ਕਰ ਰਹੇ ਨੇ ਜੋ ਇਸ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ। ਉਹ ਉਸ ਸ਼ਬਦ ਦੀ ਗੱਲ ਕਰ ਰਹੇ। ਆਪਾਂ ਫਿਰ ਗੁਰੂ ਗ੍ਰੰਥ ਸਾਹਿਬ ਕੋਲੋਂ ਹੀ ਪੁੱਛਾਂਗੇ। ਏਕੋ ਸ਼ਬਦ ਏਕੋ ਪ੍ਰਭ ਵਰਤੇ ਸਭ ਏਕਸ ਕੇ ਉਤਪਤ ਚੇਲੇ। ਕਿ ਇੱਕੋ ਸ਼ਬਦ ਆ, ਇਹ ਉਹਦੇ ਉੱਤੇ ਹੀ ਸਭ ਕੁਛ ਵਰਤ ਰਿਹਾ। ਏਕੋ ਪ੍ਰਭ ਵਰਤੇ ਅਤੇ ਸਭ ਏਕਸ, ਅਸੀਂ ਸਾਰੇ ਇੱਕੋ ਹੀ ਹਾਂ, ਅਤੇ ਉਸੇ ਏਕਸ ਦੇ ਹੀ ਸਾਰੇ ਚੇਲੇ ਆ। ਮਤਲਬ ਜਿਹੜੀ ਪੂਰੀ ਸ੍ਰਿਸ਼ਟੀ ਆ ਉਹ ਉਸੇ ਇੱਕ ਸ਼ਬਦ ਦੀ ਚੇਲਾ ਆ, ਹੈ ਨਾ। ਹੁਣ ਇੱਥੇ ਆਪਾਂ ਵੇਖ ਲਈਏ ਤਾਂ ਇੱਥੇ ਵਰਡ, ਕਿਉਂਕਿ ਜਦੋਂ ਵਰਡ ਦੀ ਕੋਈ ਫੋਰਮ ਹੋਊਗੀ, ਜਿੱਦਾਂ ਬਿਬਲੀਕਲੀ ਕਿਹਾ ਜਾਂਦਾ ਕਿ ਲੈਟ ਦੇਅਰ ਬੀ ਵਾਟਰ ਸੋ ਦੇਅਰ ਵਾਜ਼ ਵਾਟਰ, ਲੈਟ ਦੇਅਰ ਬੀ ਲਾਈਟ ਸੋ ਦੇਅਰ ਵਾਜ਼ ਲਾਈਟ। ਤਾਂ ਇਹਦਾ ਮਤਲਬ ਹੈ ਕਿ ਉਹ ਡਿਫਰੈਂਸੀਏਸ਼ਨ ਆ। ਉੱਥੇ ਕੁਛ ਅਲੱਗ-ਅਲੱਗ ਗੱਲਾਂ ਦੱਸੀਆਂ ਗਈਆਂ ਕਿ ਉਸ ਅੱਖਰ ਨੂੰ ਪਹਿਲਾਂ ਪਾਣੀ ਦੀ ਸਾਊਂਡ ਹੋਣੀ ਪਈ ਅਤੇ ਫਿਰ ਪਾਣੀ ਹੋਇਆ, ਇੱਧਰ ਲਾਈਟ ਦੀ ਸਾਊਂਡ ਹੋਣੀ ਪਈ ਫਿਰ ਲਾਈਟ ਹੋਇਆ। ਪਰ ਗੁਰੂ ਨਾਨਕ ਜਿਹੜੇ ਸ਼ਬਦ ਦੀ ਗੱਲ ਕਰ ਰਹੇ ਨੇ ਉਹ ਤਾਂ ਵਰਤ ਰਿਹਾ, ਔਰ ਪੂਰੀ ਦੁਨੀਆ ਦੇ ਵਿੱਚ ਵਰਤ ਰਿਹਾ, ਪੂਰੀ ਕਾਇਨਾਤ ਵਿੱਚ ਵਰਤ ਰਿਹਾ। ਉਹਦੇ ਲਈ ਕੋਈ ਕ੍ਰਿਸਚਨ ਨਹੀਂ, ਕੋਈ ਸਿੱਖ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਈਸਾਈ ਨਹੀਂ, ਮੰਨਣਾ ਤੁਹਾਨੂੰ ਸ਼ਬਦ ਨੂੰ ਪਊਗਾ। ਜਦੋਂ ਤੁਸੀਂ ਹੋਰ ਡੰਡੀਆਂ ਮਿੰਡੀਆਂ ਲੱਭ ਲਓਗੇ ਤਾਂ ਫਿਰ ਤੁਸੀਂ ਉੱਧਰ ਨੂੰ ਹੀ ਜਾਓਗੇ। ਫਿਰ ਅਗਲੀ ਗੱਲ ਜਿਹੜੀ ਹੋਰ ਕਲੀਅਰ ਹੁੰਦੀ ਆ, ਸਭ ਏਕ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਸਿਰਫ ਇੱਕੋ ਸ਼ਬਦ ਜੋ ਹੈ ਉਹ ਵਰਤ ਰਿਹਾ। ਉਸੇ ਸ਼ਬਦ ਨੂੰ ਅਨਹਦ ਨਾਦ ਕਹਿ ਸਕਦੇ ਹਾਂ। ਉਹ ਅਨਹਦ ਨਾਦ ਵਰਤ ਰਿਹਾ, ਜੋ ਉਸੇ ਅਨਹਦ ਨਾਦ ਦਾ ਇੱਕ ਛੋਟਾ ਜਿਹਾ ਅੰਸ਼ ਜਿਹੜੀ ਆ ਉਹ ਨਾਦ ਮੇਰੇ ਅੰਦਰ ਪੈਦਾ ਹੁੰਦਾ, ਜਿਹਨੂੰ ਗੁਰੂ ਨਾਨਕ ਇੱਕ ਦੇ ਰੂਪ ਦੇ ਵਿੱਚ ਦੱਸਦੇ ਆ।
ਉਹੀ ਇੱਕ ਹਰ ਕਿਸੇ ਦੇ ਅੰਦਰ ਵਰਤ ਰਿਹਾ ਆ। ਔਰ ਉਹੀ ਜਿਹੜਾ ਆ ਉਹ ਜਦੋਂ ਟੋਟੈਲਿਟੀ ਵਿੱਚ ਵੇਖਿਆ ਜਾਵੇ ਤਾਂ ਉਹੀ ਅਨਹਦ ਨਾਦ ਆ। ਸੋ ਗੁਰੂ ਨਾਨਕ ਦਾ ਜਿਹੜਾ ਸ਼ਬਦ ਆ ਉਹ ਕਿਸੇ ਇੱਕ ਸੀਮਾ ਦੇ ਵਿੱਚ ਬੱਝਾ ਹੋਇਆ ਨਹੀਂ, ਔਰ ਜੋ ਸੀਮਾ ਦੇ ਵਿੱਚ ਬੱਝਾ ਹੋਇਆ ਨਹੀਂ ਉਹ ਸ਼ਬਦ ਗੁਰੂ ਨਾਨਕ ਦਾ ਗੁਰੂ ਆ ਜੋ ਹਰ ਜਗ੍ਹਾ 'ਤੇ ਵਰਤ ਰਿਹਾ। ਔਰ ਕਿਉਂਕਿ ਗੁਰੂ ਨਾਨਕ ਦਾ ਗੁਰੂ ਕਿਸੇ ਸੀਮਾ 'ਚ ਬੰਨਿਆ ਨਹੀਂ ਜਾ ਸਕਦਾ, ਅਤੇ ਫਿਰ ਗੁਰੂ ਕਿੱਦਾਂ ਕਹਿ ਸਕਦੇ ਆ ਕਿ ਫਿਰ ਈਸਰ ਬ੍ਰਹਮਾ ਇਹ ਗੁਰੂ ਹੀ ਆ, ਕਿਉਂਕਿ ਉਹਨਾਂ ਦਾ ਤਾਂ ਟਾਈਮ ਪੀਰੀਅਡ ਆ, ਉਹ ਤਾਂ ਕਾਲ ਦੇ ਵਿੱਚ ਬੱਝੇ ਹੋਏ ਆ। ਸੋ ਇਹ ਗੱਲ ਆ, ਮੈਂ ਪਹਿਲਾਂ ਵੀ ਆਪ ਜੀ ਨਾਲ ਇਹ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਸੀਗੀ ਕਿ ਆਪਾਂ ਨਾ ਗੁਰਬਾਣੀ ਦੀ ਇੱਕ ਤੁਕ ਨੂੰ ਫੜ ਕੇ ਅਤੇ ਆਨਸਰ ਨਾ ਲੱਭਣ ਲੱਗ ਜਾ ਕਰੀਏ, ਕਿਉਂਕਿ ਪੋਸੀਬਲ ਨਹੀਂ ਹੈਗਾ। ਜਦੋਂ ਕਿਸੇ ਨੇ ਸ਼ਬਦ ਦੇਖਣਾ ਨਾ ਕਿ ਸ਼ਬਦ ਕੀ ਆ, ਤਾਂ ਉਹਨੂੰ ਪ੍ਰੋਪਰ ਦੇਖਣਾ ਪਊਗਾ, ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਕਾਇਦਾ ਸ਼ਰਨ 'ਚ ਜਾਣਾ ਪਊਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਹੱਥ ਜੋੜ ਕੇ ਨੀਵੇਂ ਹੋ ਕੇ ਆਪਾਂ ਨੂੰ ਮੰਗਣਾ ਪਊਗਾ ਕਿ ਸਾਨੂੰ ਇਹ ਸੋਝੀ ਆਵੇ। ਫਿਰ ਜਿਹਦੇ ਉੱਤੇ ਉਹਨਾਂ ਦੀ ਦਇਆ ਹੋਊਗੀ ਉਹਨੂੰ ਸੋਝੀ ਆਊਗੀ। ਅਸੀਂ ਸਾਰੇ ਹੀ ਇੱਕ ਰਸਤੇ 'ਤੇ ਚੱਲ ਰਹੇ ਹਾਂ, ਅਸੀਂ ਸਾਰੇ ਹੀ ਸਿਰਫ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹਦੇ ਨਾਲ ਨਾਲ ਗੁਰੂ ਪਾਤਸ਼ਾਹ ਇੱਕ ਗੱਲ ਹੋਰ ਕਹਿ ਦਿੰਦੇ ਆ ਕਿ ਤੁਸੀਂ ਸਿੱਖੀ ਜਾਓ, ਜਾਣੀ ਜਾਓ, ਪਰ ਜੇ ਤੁਸੀਂ ਉਹਦੇ ਉੱਤੇ ਅਮਲ ਨਹੀਂ ਨਾ ਕਰਦੇ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹੈ ਨਾ। ਫਿਰ ਜੇ ਅਮਲ ਨਹੀਂ ਕਰਦੇ ਤਾਂ ਫਿਰ ਉਹ ਸਮਝਿਆ ਵੀ ਨਹੀਂ ਜਾਣਾ। ਸੋ ਆਪਾਂ ਨੂੰ ਚਾਹੇ ਇੱਕ ਅੱਖਰ ਸਮਝ ਆਏ, ਚਾਹੇ 2 ਅੱਖਰ ਹੋਣ, ਆਪਾਂ ਘੱਟੋ ਘੱਟ ਉਨੀ ਕੁ ਸਮਝ ਦੇ ਉੱਤੇ ਅਮਲ ਕਰਨਾ ਸ਼ੁਰੂ ਕਰੀਏ ਤਾਂ ਬਾਕੀ ਗੁਰੂ ਮਹਾਰਾਜ ਆਪਣੇ ਆਪ ਉਹ ਦਇਆਲ ਨੇ, ਉਹ ਆਪਣੇ ਆਪ ਸਮਝਾਉਂਦੇ ਰਹਿਣਗੇ। ਸੋ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਾ ਤੁਕਾਂ ਦੇ ਵਿੱਚ ਵੰਡ ਕੇ, ਮੈਂ ਅਕਸਰ ਇਹ ਬੇਨਤੀ ਕਰਦੀ ਹੁੰਦੀ ਹਾਂ, ਗੁਰੂ ਜੋਤ, ਗੁਰੂ ਇਤਿਹਾਸ ਅਤੇ ਗੁਰੂ ਬਾਣੀ, ਇਹਨਾਂ ਦੀ ਕੰਟੀਨਿਊਟੀ ਨੂੰ ਸਮਝੇ ਬਿਨਾਂ ਸਿੱਖੀ ਨੂੰ ਸਮਝਿਆ ਜਾ ਹੀ ਨਹੀਂ ਸਕਦਾ, ਸਿੱਖੀ ਦੀ ਸਪਿਰਿਟ ਨੂੰ ਹੀ ਨਹੀਂ ਸਮਝਿਆ ਜਾ ਸਕਦਾ। ਸੋ ਜਦੋਂ ਆਪਾਂ ਇਹ ਕਹਿੰਦੇ ਹਾਂ ਨਾ ਕਿ ਅਸੀਂ ਗੁਰਬਾਣੀ ਨੂੰ ਪਹਿਲੇ ਬਹੁਤ ਸਾਰੇ ਲੋਕ ਭਗਤਾਂ ਦੀ ਬਾਣੀ ਵੱਖਰੀ ਸਮਝਦੇ ਆ, ਭੱਟਾਂ ਦੀ ਵੱਖਰੀ ਸਮਝਦੇ ਆ, ਗੁਰੂਆਂ ਦੀ ਵੱਖਰੀ, ਉਹ ਤਾਂ ਆਪਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਗਏ ਹਾਂ, ਕਿਉਂਕਿ ਸਾਨੂੰ ਇੱਥੇ ਹੀ ਆਪਣਾ ਫਲੋ ਹੋ ਗਿਆ। ਸੋ ਜਦੋਂ ਤੁਸੀਂ ਦੋ ਲਾਈਨਾਂ ਪੜ੍ਹੋਗੇ ਅਤੇ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਗੁਰੂ ਵੀ ਆਇਆ, ਗੁਰਮੁਖ ਦੀ ਡੈਫੀਨੇਸ਼ਨ ਵੀ ਗੁਰਬਾਣੀ ਦੇ ਵਿੱਚ ਹੀ ਦਿੱਤੀ ਹੋਈ ਆ। ਸਾਨੂੰ ਬਕਾਇਦਾ ਗੁਰੂ ਕੋਲੋਂ ਪੁੱਛਣਾ ਪਊਗਾ। ਬ੍ਰਹਮਾ ਦੀ, ਜੇ ਤੁਹਾਨੂੰ ਉੱਥੇ ਥੋੜ੍ਹਾ ਜਿਹਾ ਕਨਫਿਊਜ਼ਨ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਬ੍ਰਹਮਾ ਦੀ ਡੈਫੀਨੇਸ਼ਨ ਵੀ ਹੈ ਕਿ ਕੌਣ, ਕਿਹੜਾ ਬ੍ਰਹਮਾ ਜਿਹਦੇ ਬਾਰੇ ਗੱਲ ਹੋ ਸਕਦੀ ਆ, ਅਤੇ ਕਿਹੜਾ ਬ੍ਰਹਮਾ ਜਿਹਦੇ ਬਾਰੇ ਅਸੀਂ ਗੱਲ ਨਹੀਂ ਕਰ ਸਕਦੇ, ਉਹਦੇ ਬਾਰੇ ਵੀ ਗੱਲ ਕੀਤੀ ਆ। ਸੋ ਗੁਰਬਾਣੀ ਆਪਣੇ ਆਪ ਦੇ ਵਿੱਚ ਕੰਪਲੀਟ ਆ। ਬਸ ਆਪਾਂ ਕੀ ਕਰਦੇ ਹਾਂ, ਕਿਉਂਕਿ ਸਾਨੂੰ ਆਦਤ ਪੈ ਗਈ ਆ ਕਿ ਅਸੀਂ ਉਨੀ ਕੁ ਚੀਜ਼ ਦੇਖਣੀ ਆ, ਜਾਂ ਕਿਸੇ ਨੇ ਮੈਨੂੰ ਕਹਿ ਦਿੱਤਾ ਵੀ ਆਹ ਪੜ੍ਹ ਲਾ ਤਾਂ ਬਸ ਓਨਾ ਕੀ ਪੜ੍ਹਨਾ, ਆਪਾਂ ਟੋਟੈਲਿਟੀ ਵਿੱਚ ਪੜ੍ਹਨਾ ਸ਼ੁਰੂ ਕਰੀਏ, ਹੈ ਨਾ। ਔਰ ਬਕਾਇਦਾ ਉਹਦੇ ਨਾਲ ਅਸੀਂ ਗੁਰੂ ਇਤਿਹਾਸ ਦੇ ਵਿੱਚ ਵੀ ਜਾਈਏ। ਅਸੀਂ ਇਹ ਦੇਖਾਂਗੇ ਕਿ ਜਿਹੜੀ ਚੀਜ਼ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 'ਚ ਹੈ, ਜੋ ਉਹਨਾਂ ਨੇ ਗੁਰੂ ਪਾਤਸ਼ਾਹ ਸਾਨੂੰ ਕਹਿ ਰਹੇ ਨੇ, ਉਹ ਬਕਾਇਦਾ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਦੇ ਵਿੱਚ ਪ੍ਰੈਕਟੀਕਲ ਹੋਈ ਆ। ਅਤੇ ਫਿਰ ਸਾਨੂੰ ਉਹ ਆਪਣੇ ਸਾਹਮਣੇ ਜਿਹੜੀ ਨਾ ਉਹ ਬਾਣੀ ਵਰਤਦੀ ਦਿਖੂਗੀ, ਅਤੇ ਜਦੋਂ ਬਾਣੀ ਵਰਤਦੀ ਦਿਖੂਗੀ ਫਿਰ ਸਾਨੂੰ ਪਤਾ ਲੱਗੂਗਾ ਕਿ ਬਾਣੀ ਅਟੱਲ ਕਿਉਂ ਆ, ਕਿੱਦਾਂ ਆ, ਅਤੇ ਐਟਰਨਲ ਕਿੱਦਾਂ, ਹੈ ਨਾ। ਇਹ ਫਿਰ ਸਾਨੂੰ ਸਮਝ ਲੱਗੂਗੀ। ਸੋ ਇਸ ਕਰਕੇ ਆਈ ਥਿੰਕ ਇਹ ਇੰਨਾ ਕੁ ਕਲੀਅਰ ਹੋ ਗਿਆ। ਫਿਰ ਵੀ ਜੇ ਕੋਈ ਕੁਐਸਚਨ ਹੋਣ ਤਾਂ ਮੈਨੂੰ ਤੁਸੀਂ ਜ਼ਰੂਰ ਲਿਖ ਕੇ ਭੇਜਿਓ। ਮੈਂ ਕੋਸ਼ਿਸ਼ ਕਰੂੰਗੀ ਕਿ ਜਿੰਨਾ ਕੁ ਹੋ ਸਕੇ, ਜੇ ਮੈਂ ਆਪ ਨਹੀਂ ਤਾਂ ਕਿਸੇ ਨਾ ਕਿਸੇ ਵਿਦਵਾਨ ਕੋਲੋਂ ਆਪਾਂ ਪੁੱਛ ਸਕਦੇ ਹਾਂ, ਅਤੇ ਉਹਨਾਂ ਨੂੰ ਬੁਲਾ ਕੇ ਬਕਾਇਦਾ ਇੱਥੇ ਵੀ ਉਹਨਾਂ ਨੂੰ ਬੁਲਾਇਆ ਜਾ ਸਕਦਾ। ਕੋਈ ਵੀ ਕੁਐਸਚਨ ਹੋਵੇ ਤਾਂ ਸਾਨੂੰ ਜ਼ਰੂਰ ਲਿਖ ਕੇ ਭੇਜੋ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਮੈਨੂੰ ਲੱਗਦਾ ਕਿ ਜੇ ਆਪਣੇ ਕੋਲ ਕੁਐਸਚਨ ਆਨਸਰਸ ਨਾ ਹੋਰ ਆਏ, ਕਿਉਂਕਿ ਜਿਹੜੇ ਹੋਰ ਹੈਗੇ ਆ ਉਹ ਇਹਦੇ ਨਾਲ ਰਿਲੇਟਡ ਹੀ, ਆਈ ਥਿੰਕ ਇਹਨਾਂ ਦੇ ਵਿੱਚ ਹੀ ਆਨਸਰ ਦਿੱਤੇ ਗਏ ਆ। ਸੋ ਅਗਰ ਨਾ ਹੋਏ ਤਾਂ ਫਿਰ ਆਪਾਂ ਰੈਗੂਲਰ ਕੁਐਸਚਨਸ ਦੇ ਨਾਲ, ਰੈਗੂਲਰ ਐਪੀਸੋਡਸ ਦੇ ਨਾਲ ਅਗਲੇ ਐਪੀਸੋਡ ਤੋਂ ਸ਼ੁਰੂ ਕਰਾਂਗੇ। ਅੱਜ ਦੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਦੇ ਹੋਏ ਮੈਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।